अस्सलाम वालेकुम व्यूअर्स, आप देख रहे हैं दी जर्नलिस्ट। मैं हूं ख्वाजा आफ्ताब हसन, मेरे साथ हैं शहजाद फरामोश, सीनियर सहाफ़ी हैं। और इस वक्त हम लाहौर के एक ऐसे तारीख़ी कॉलेज के प्रिंसिपल ऑफिस में बैठे हैं जिसकी अगर तारीख़ की बात की जाए और इतनी बड़ी तारीख़, और जहाँ पे कायद आज़म तशरीफ़ लाए, जहाँ कायद आज़म ने 12 तशरीफ़ लाए, यहाँ पे स्टूडेंट से ख़िताब किया, अल्लामा इकबाल साहब यहाँ पे तशरीफ़ लाते रहे। इस कॉलेज के मौजूदा प्रिंसिपल हैं प्रोफेसर डॉक्टर इबाद नबील शाद साहब, हमारे दोस्त हैं, हमारे साथ मौजूद हैं। हम आज के इस प्रोग्राम में इस कॉलेज की तारीख़ के हवाले से बात करेंगे और अपने एजुकेशन सिस्टम को डिस्कस करने की कोशिश करेंगे, और जो इस कॉलेज को मसाइल दरपेश हैं हमारी तालीमी इदारों के हवाले से जो इश्यूज़ आ रहे हैं उनको भी हम डिस्कस करेंगे। डॉक्टर साहब बहुत शुक्रिया। डॉक्टर साहब के बारे में बताता चलूँ, डॉक्टर साहब पंजाबी के बहुत बाकमाल शायर हैं। हम इनकी शायरी भी सुनेंगे और हम इनके साथ उन जगहों का विज़िट भी करेंगे जहाँ पे अल्लामा इकबाल अपना ख़िताब फरमाते रहे। और डॉक्टर साहब ने जो हमें अभी बहुत सारे इंकशाफात किए हैं वो भी हमारे इंटरव्यू का हिस्सा होंगे। डॉक्टर साहब चूँकि पंजाबी के शायर हैं, शहजाद फरामोश पंजाबी के शायर हैं, तो मैं खुद, मेरी माँ बोली पंजाबी है, तो हम अपनी गुफ्तगू को पंजाबी में ही करेंगे। ज़ाहिर है दुनिया भर में पंजाबी को सुनने वाले, पंजाबी को पसंद करने वाले लोगों की बहुत बड़ी तादाद है। डॉक्टर साहब ਅਸੀਂ ਆਪਣੀ ਅਸਲ ਜ਼ੁਬਾਨ ਜੀ ਜੀ ਬਿਲਕੁਲ ਬਿਲकुल ਪਹਿਲੇ ਤਾਂ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ, ਔਰ ਐਸੇ ਇੱਕ ਮੌਜੂ 'ਤੇ ਅਸੀਂ ਹਾਜ਼ਰ ਹੋਏ ਹਾਂ ਜਿਹੜਾ ਨਾ ਸਿਰਫ ਸਾਡੇ ਆਉਣ ਵਾਲੀਆਂ ਨਸਲਾਂ ਨਾਲ ਵੀ ਜੁੜਿਆ ਹੋਇਆ ਤਾਲੀਮ, ਔਰ ਉਸ ਤੋਂ ਇਲਾਵਾ ਤਾਰੀਖ ਜਿਹੜੀ ਹੈ ਇਸ ਕਾਲਜ ਦੇ ਨਾਲ। ਤੁਸੀਂ ਦੱਸ ਰਹੇ ਸੋ ਕਿ ਇਹ ਉਹ ਜਦੋਂ ਦਾ ਕਾਲਜ ਬਣਿਆ ਉਦੋਂ ਦਾ ਹੀ ਇਹ ਪ੍ਰਿੰਸੀਪਲ ਆਫਿਸ ਹੈ। ਹਾਂਜੀ ਹਾਂਜੀ, ਇਹ ਜਿਹੜੀ ਪਹਿਲੇ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਖਵਾਜਾ ਸਾਹਿਬ ਤੁਹਾਡਾ ਔਰ ਸ਼ਹਿਜ਼ਾਦ ਫਰਾਮੋਸ਼ ਹੋਰਾਂ ਦਾ ਕਿ ਉਹ ਪਾਕਿਸਤਾਨ ਦੇ ਇਸ ਤਾਰੀਖੀ ਕਾਲਜ ਦੇ ਵਿੱਚ ਤਸ਼ਰੀਫ ਲਿਆਏ ਹੋ ਤੁਸੀਂ, ਔਰ ਇਹ ਇੱਜ਼ਤ ਬਖਸ਼ੀ, ਤੁਹਾਡੀ ਬਹੁਤ ਮਿਹਰਬਾਨੀ। ਵਾਕਿਆ ਹੀ ਇਹ ਸਾਡੀ ਮੇਨ ਬਿਲਡਿੰਗ ਇਸ ਕਾਲਜ ਦੀ ਜਿਹੜੀ ਕਿ 1907 ਦੇ ਵਿੱਚ ਬਣੀ ਸੀ, ਔਰ ਇਸ ਜਗ੍ਹਾ 'ਤੇ ਹੀ ਪ੍ਰਿੰਸੀਪਲ ਆਫਿਸ ਪਹਿਲੇ ਦਿਨ ਤੋਂ ਸੀ ਔਰ ਅੱਜ ਵੀ ਇੱਥੇ ਹੀ ਹੈ। ਔਰ 1907 ਤੋਂ ਲੱਗ ਕੇ ਇਸ ਜਗ੍ਹਾ 'ਤੇ ਬੇਸ਼ੁਮਾਰ ਪ੍ਰਿੰਸੀਪਲ ਜਿਹੜੇ ਨੇ ਉਹ ਆਪਣੇ ਫਰਾਇਜ਼ ਸਰ ਅੰਜਾਮ ਦਿੰਦੇ ਰਹੇ ਨੇ, ਜਿਨ੍ਹਾਂ ਦੇ ਵਿੱਚ ਮੈਂ ਚੰਦ ਦਾ ਜ਼ਰੂਰ ਜ਼ਿਕਰ ਕਰਾਂਗਾ। ਖ਼ਾਸ ਤੌਰ 'ਤੇ ਜਿਹੜੇ ਸਨ ਅਬਦੁੱਲਾ ਯੂਸਫ ਅਲੀ, ਜਿਨ੍ਹਾਂ ਨੇ ਅੰਗਰੇਜ਼ੀ 'ਚ ਕੁਰਾਨ ਪਾਕ ਦੀ ਸ਼ਰ੍ਹਾ ਲਿਖੀ, ਤਰਜਮਾ ਕੀਤਾ, ਔਰ ਉਹਦੇ ਨਾਲ ਨਾਲ ਡਾਕਟਰ MD ਤਾਸੀਰ, ਮੁਹੰਮਦੀਨ ਤਾਸੀਰ ਖੁਦ ਉਹ ਸ਼ਾਇਰ ਵੀ ਸਨ, ਬਹੁਤ ਵੱਡੇ ਇੰਟਲੈਕਚੁਅਲ ਵੀ ਸਨ, ਔਰ ਉਹਦੇ ਨਾਲ ਨਾਲ ਅੰਜਮਨ ਤਰੱਕੀ ਪਸੰਦ ਮੁਸੰਨਫੀਨ ਨਾਲ ਵੀ ਜੁੜੇ ਹੋਏ ਸਨ। ਉਸ ਤੋਂ ਬਾਅਦ ਖਵਾਜਾ ਦਿਲ ਮੁਹੰਮਦ, ਜਿਨ੍ਹਾਂ ਦੇ ਨਾਂ 'ਤੇ ਇਸ ਕਾਲਜ ਦੇ ਨਾਲ ਹੀ ਇੱਕ ਖਵਾਜਾ ਦਿਲ ਮੁਹੰਮਦ ਰੋਡ ਹੈ, ਉਹ ਅਲਜਬਰੇ ਦੇ ਬੜੇ ਮਾਹਿਰ ਸਨ। ਉਹ ਵੀ ਇਸ ਕਾਲਜ ਦੇ ਵਿੱਚ ਇਸ ਜਗ੍ਹਾ 'ਤੇ ਬਹਿੰਦੇ ਰਹੇ। ਪ੍ਰਿੰਸੀਪਲ ਨੇ ਪ੍ਰੋਫੈਸਰ ਅਮਜਦ ਅਲੀ ਸ਼ਾਕਰ, 20 ਤੋਂ 25 ਕਿਤਾਬਾਂ ਦੇ ਮੁਸੰਨਫ ਨੇ, ਬਹੁਤ ਆਲਮ ਫਾਜ਼ਲ, ਉਹ ਵੀ ਇਸ ਕਾਲਜ ਦੇ ਪ੍ਰਿੰਸੀਪਲ ਰਹੇ। ਮਾਰੂਫ ਸ਼ਾਇਰ MA ਖਾਲਦ, ਉਹ ਵੀ ਇਸ ਕਾਲਜ ਦੇ ਪ੍ਰਿੰਸੀਪਲ ਰਹੇ। ਔਰ ਤਾਹਿਰ ਜਾਵੇਦ ਸਾਹਿਬ ਸਭ ਤੋਂ ਆਖਰ 'ਤੇ ਜਿਹੜੇ ਆਖਰੀ ਸਾਡੇ ਪ੍ਰਿੰਸੀਪਲ ਸਨ, ਉਹ ਵੀ ਇੱਕ ਯੂਨੀਕ ਕਿਸਮ ਦੀ ਸ਼ਖਸੀਅਤ ਸਨ, ਜਿਹੜੇ 8 ਸਾਲ 8.5 ਸਾਲ ਇੱਥੇ ਪ੍ਰਿੰਸੀਪਲ ਰਹੇ। ਔਰ ਇਸ ਕਾਲਜ ਨੂੰ ਬਣਾਉਣ ਦੇ ਵਿੱਚ ਉਹਨਾਂ ਨੇ ਬਹੁਤ ਅਹਿਮ ਰੋਲ ਅਦਾ ਕੀਤਾ। ਆਪਣੇ ਵਸਾਇਲ ਦੇ ਨਾਲ ਇੱਕ ਬਹੁਤ ਵੱਡਾ ਬੋਟੈਨੀਕਲ ਗਾਰਡਨ ਇੱਥੇ ਬਣਾਇਆ, ਔਰ ਇਹਦੇ ਨਾਲ ਨਾਲ ਕਈ ਜਿਹੜੇ ਕਮਰੇ ਖਸਤਾ ਹੋ ਚੁੱਕੇ ਸਨ ਉਹਨਾਂ ਦੀ ਖੁਦ ਮੁਰੰਮਤ ਕਰਵਾਈ, ਕਿਉਂਕਿ ਪਿਛਲੇ ਕੋਈ 28-29 ਸਾਲ ਤੋਂ ਸਾਨੂੰ ਇੱਥੇ ਕੋਈ ਇੱਕ ਕਮਰਾ ਵੀ ਸਰਕਾਰ ਵੱਲੋਂ ਬਣਾ ਕੇ ਨਹੀਂ ਦਿੱਤਾ ਗਿਆ। ਸਾਡੇ ਬੱਚੇ ਜਿਹੜੇ ਨੇ ਉਹ ਬਾਹਰ ਪਲਾਟਾਂ 'ਚ ਬੈਠ ਕੇ ਔਰ ਘਾਹ 'ਤੇ ਬੈਠ ਕੇ, ਕਿਧਰੇ ਅਸੀਂ ਬੈਂਚ ਲਾ ਲੈਂਦੇ ਹਾਂ, ਉੱਥੇ ਬੈਠ ਕੇ ਪੜ੍ਹਦੇ ਨੇ। ਔਰ ਅਸੀਂ ਹਰ ਸਾਲ, ਹਾਂਜੀ, ਪੁਰਾਣੇ ਜਿੰਨੇ ਵੀ ਕਾਲਜਿਸ ਨੇ ਉਹਨਾਂ ਨੂੰ ਫੰਡਸ ਤੇ ਮਿਲਦੇ ਨੇ, ਹਾਂਜੀ, ਲੇਕਿਨ ਸਾਡੀ ਪ੍ਰੋਬਲਮ ਇਹ ਵੇ ਕਿ ਬਿਲਕੁਲ ਇੱਕ ਤਾਂ ਸੈਂਟਰਲ ਲਾਹੌਰ ਆ ਗਿਆ, ਵਿਚਕਾਰ ਲਾਹੌਰ ਦੇ ਇੱਥੋਂ ਹਰ ਪਾਸੇ ਜਿਹੜਾ ਜਾਣਾ ਪੈਦਲ ਉਹ ਸਭ ਤੋਂ ਈਜ਼ੀ ਹੈ। ਅਪਰੋਚ ਡਾਇਰੈਕਟ ਨਹੀਂ ਹੈਗੀ, ਥੋੜ੍ਹਾ ਜਿਹਾ ਉੱਤਰ ਕੇ ਬੱਚਿਆਂ ਨੂੰ ਆਉਣਾ ਪੈਂਦਾ ਹੈ। ਲੇਕਿਨ ਸਾਡੀ ਵੱਡੀ ਮਜਬੂਰੀ ਇਹ ਵੇ ਕਿ ਸਾਡੇ ਕੋਲ ਬੱਚਿਆਂ ਨੂੰ ਬਿਠਾਉਣ ਲਈ
ਜਗ੍ਹਾ ਨਹੀਂ ਹੈ। ਕੋਈ ਸ਼ੱਕ ਨਹੀਂ ਕਾਲਜ ਸਾਡਾ ਪੜ੍ਹਾਈ ਦੇ ਹਵਾਲੇ ਨਾਲ ਬਹੁਤ ਅੱਛਾ ਹੈ, ਤਾਰੀਖ ਇਹਦੀ ਬਹੁਤ ਸ਼ਾਨਦਾਰ ਹੈ। ਲੇਕਿਨ ਅਸੀਂ ਹਰ ਸਾਲ ਰਿਕੁਐਸਟ ਭੇਜਦੇ ਹਾਂ, ਸਾਰਾ ਕੁਛ ਨਕਸ਼ੇ ਬਣਾ ਕੇ ਭੇਜੇ ਨੇ ਲੇਕਿਨ ਸਾਨੂੰ ਬਿਲਡਿੰਗ ਦੀ ਅਸ਼ਦ ਜ਼ਰੂਰਤ ਹੈ। ਔਰ ਬੜਾ ਅਹਿਮ ਹਲਕੇ ਦੇ ਵਿੱਚ, ਅਹਿਮ ਲੀਡਰਾਂ ਦੇ ਹਲਕੇ ਦੇ ਵਿੱਚ ਇਹ ਕਾਲਜ ਹੈ, ਲੇਕਿਨ ਪਿਛਲੇ 30 ਸਾਲ ਤੋਂ ਕੋਈ ਬਿਲਡਿੰਗ ਨਹੀਂ ਬਣੀ। 1892 ਦੇ ਵਿੱਚ ਤੁਸੀਂ ਦੱਸ ਰਹੇ ਸੀ ਕਿ ਬਣਿਆ, ਤੇ ਉਦੋਂ ਇਹ ਮੇਨ ਬਿਲਡਿੰਗ ਨਹੀਂ ਸੀ? ਉਦੋਂ ਇਹ ਮੇਨ ਬਿਲਡਿੰਗ ਨਹੀਂ ਸੀ। 1892 ਚ ਅੰਦਰੂਨ ਲਾਹੌਰ ਇੱਕ ਹਵੇਲੀ ਦੇ ਵਿੱਚ ਇਹ ਕਾਲਜ ਸ਼ੁਰੂ ਹੋਇਆ ਸੀ। ਅੱਛਾ ਅੱਛਾ। ਉੱਥੇ ਕੁਝ ਸਾਲ ਕਲਾਸਾਂ ਉੱਥੇ ਹੁੰਦੀਆਂ ਰਹੀਆਂ। ਇੱਕ ਸਕੂਲ ਦੇ ਤੌਰ ਤੇ ਸ਼ੁਰੂ ਕੀਤਾ ਗਿਆ। ਅੰਜਮਨ ਅਹਿਮਦ ਇਸਲਾਮ ਨੇ ਇਹਦੀ ਬੁਨਿਆਦ ਰੱਖੀ ਔਰ ਲੋਕਾਂ ਦੇ ਕੋਲੋਂ ਆਟਾ ਇਕੱਠਾ ਕਰਕੇ ਇੱਕ ਮੁੱਠ ਆਟਾ ਉਹ ਡੋਨੇਸ਼ਨ ਲੈ ਕੇ ਕਈ ਜਜ਼ਬਾ ਹੋਏਗਾ ਮੁਖਤਲਿਫ ਲੋਕਾਂ ਨੇ, ਤੁਸੀਂ ਦੇਖੋ ਨਾ ਜੀ, ਅੱਜ ਵੀ ਹੈ ਜਿਹੜੀ ਸਾਡੀ ਬਿਲਡਿੰਗ ਹੈ ਜਿੱਥੇ ਤੁਸੀਂ ਬੈਠੇ ਹੋ, ਇਹਨਾਂ ਦੇ ਕਮਰਿਆਂ ਦੇ ਬਾਹਰ ਤਖਤੀਆਂ ਲੱਗੀਆਂ ਹੋਈਆਂ ਨੇ ਮੁਖਤਲਿਫ ਲੋਕਾਂ ਦੀਆਂ ਕਿ ਜੀ ਇਹ ਕਮਰਾ ਫਲਾਣੇ ਬਣਾਇਆ, ਇਹ ਫਲਾਣੇ ਬਣਾ ਕੇ ਦਿੱਤਾ, ਇਹ ਫਲਾਣੇ, ਯਾਨੀ ਡੋਨੇਸ਼ਨ ਤੇ ਇਹ ਕਾਲਜ ਬਣਿਆ ਸੀ। ਔਰ ਮੇਨ ਸਾਡਾ ਜਿਹੜਾ ਹਬੀਬੀਆ ਹਾਲ ਹੈ ਜਿੱਥੇ ਕਾਇਦੇ ਆਜ਼ਮ ਸਾਹਿਬ ਨੇ ਕਈ ਦਫਾ ਖਿਤਾਬ ਫਰਮਾਇਆ ਹੈ, ਇਹ ਹਬੀਬੁੱਲਾ ਖਾਨ ਅਫਗਾਨਿਸਤਾਨ ਦੇ ਹੁਕਮਰਾਨ ਸਨ, ਉਹਨਾਂ ਨੇ ਇਹ ਡੋਨੇਟ ਕੀਤਾ ਸੀ। ਇਹਦੇ ਜੋ ਵੀ ਖਰਚਾ ਆਇਆ ਸੀ ਉਹਨਾਂ ਨੇ ਦਿੱਤਾ ਸੀ। ਅੱਜ ਵੀ ਸਾਡੇ ਕਾਲਜ ਦੇ ਜਿਹੜੇ ਸਟੂਡੈਂਟਸ ਨੇ ਅਸੀਂ ਉਹਨਾਂ ਨੂੰ ਹਬੀਬੀਅਨ ਕਹਿੰਦੇ ਹਾਂ। ਅੱਛਾ। ਉਸ ਇਸੇ ਹਵਾਲੇ ਦੇ ਨਾਲ ਵਾਹ ਜੀ ਵਾਹ। ਇਹਦੇ ਨਾਲ ਤੁਸੀਂ ਦੇਖੋ ਕਿ ਸਾਡਾ ਜਿਹੜਾ ਕ੍ਰੀਸੈਂਟ ਸ਼ਬਦ ਹੈ ਅੱਜ ਲੇਟੈਸਟ 2022 ਦਾ 21-22 ਦਾ ਸ਼ੁਮਾਰਾ ਸਾਡੇ ਸਾਹਮਣੇ ਵੇ, ਇਹ ਬਹੁਤ ਅਹਿਮ ਰਸਾਲਾ ਹੈ। ਇਹਦੇ 'ਚ ਬਹੁਤ ਵੱਡੇ ਵੱਡੇ ਅਦੀਬਾਂ ਨੇ ਜਿਹੜੇ ਇਸ ਕਾਲਜ ਦੇ ਸਟੂਡੈਂਟ ਵੀ ਰਹਿ ਔਰ ਬਾਅਦ ਦੇ ਵਿੱਚ ਬਾਜ਼ ਲੋਕ ਇੱਥੇ ਪੜ੍ਹਾਉਂਦੇ ਵੀ ਰਹਿ। ਉਹਨਾਂ ਦੀਆਂ ਐਸੀਆਂ ਨਾਯਾਬ ਕਿਸਮ ਦੀਆਂ ਤਹਿਰੀਰਾਂ ਮੌਜੂਦ ਨੇ, ਕਿਉਂ ਕਿ ਇਹ ਰਸਾਲਾ ਜਿਹੜਾ ਹੈ ਉਹ ਪਿਛਲੇ 100 ਤੇ ਕੋਈ 10 ਕੁ ਸਾਲ ਤੋਂ ਛਪ ਰਿਹਾ ਹੈ, ਕਿਉਂਕਿ ਉਸ ਤੋਂ ਪਹਿਲੇ ਨਹੀਂ ਸੀ ਇਹ ਛਪਦਾ। ਤਾਰੀਖ ਤੇ ਕਾਲਜ ਦੀ ਤਕਰੀਬਨ 130 ਸਾਲ ਪੁਰਾਣੀ ਹੈ। ਤੁਸੀਂ ਦੱਸ ਸਕਦੇ ਹੋ ਕਿ ਮਾਰੂਫ ਸ਼ਖਸੀਅਤ ਦੇ ਨਾਮ ਜਿਹੜੇ? ਨਾਸਰ ਕਾਜ਼ਮੀ, ਸੈਯਦ ਜ਼ਮੀਰ ਜਾਫਰੀ ਸਾਡੇ ਮਜ਼ਾਇਆ ਜਿਹੜੇ ਸਨ ਲਿਖਣ ਵਾਲੇ। ਉਸ ਤੋਂ ਬਾਅਦ ਪੰਜਾਬੀ ਦੇ ਗਜ਼ਲ ਦਾ ਬਾਵਾ ਆਦਮ ਵੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਪੀਰ ਫਜ਼ਲ ਗੁਜਰਾਤੀ, ਉਹ ਇੱਥੇ ਪੜ੍ਹਦੇ ਰਹੇ। ਉਹਦੇ ਨਾਲ ਨਾਲ ਸਾਹਿਰ ਲੁਧਿਆਣਵੀ ਜਿਹੜੇ ਨੇ ਉਹ ਇੱਥੇ ਪੜ੍ਹਦੇ ਰਹੇ। ਵਾਹ ਜੀ ਵਾਹ। ਇਹਦੇ ਆਪਣਾ ਬਾਨੀ ਜਿਹੜੇ ਸਨ ਨਵਾਏ ਵਕਤ ਦੇ ਹਮੀਦ ਨਿਜ਼ਾਮੀ ਸਾਹਿਬ, ਅੱਛਾ, ਉਹ ਵੀ ਇੱਥੇ ਪੜ੍ਹਦੇ ਰਹੇ। ਔਰ ਜਿਨ੍ਹਾਂ ਨੇ ਸਭ ਤੋਂ ਪਹਿਲੇ ਨਵਾਏ ਵਕਤ ਦਾ ਡੈਕਲੇਰੇਸ਼ਨ ਜਿਹੜੇ ਬੰਦੇ ਦੇ ਨਾਂ ਸੀ ਸੀਆਰ ਅਸਲਮ, ਹਾਂਜੀ ਹਾਂਜੀ, ਉਹ ਇੱਥੇ ਦੇ ਸਟੂਡੈਂਟ ਰਹੇ। ਇਹ ਦੋਵੇਂ ਕਲਾਸ ਫੈਲੋ ਸਨ ਔਰ ਇਹਨਾਂ ਨੇ ਲਿਆ ਔਰ ਬਾਅਦ 'ਚ ਇਹਨਾਂ ਨੇ ਭਾਵੇਂ ਨਜ਼ਰੀਆਤੀ ਜੋ ਵੀ ਇਖਤਲਾਫ ਸੀ ਲੇਕਿਨ ਉਹ ਬਾਅਦ 'ਚ ਇਹਨਾਂ ਨੂੰ ਡੈਕਲੇਰੇਸ਼ਨ ਦੇ ਦਿੱਤਾ ਹਮੀਦ ਨਿਜ਼ਾਮੀ ਸਾਹਿਬ ਨੂੰ। ਬੇਸ਼ੁਮਾਰ ਖਿਲਾੜੀ ਜਿਹੜੇ ਨੇ ਫਜ਼ਲ ਮਹਿਮੂਦ ਤੋਂ ਲੱਗ ਕੇ ਨਜ਼ਰ ਮੁਹੰਮਦ ਔਰ ਅੱਗੋਂ ਮੁਦੱਸਰ ਤੇ ਦੂਜੇ ਬੇਸ਼ੁਮਾਰ ਇੱਥੇ ਐਸੇ ਯਾਨੀ ਹੀਰੇ ਰਹੇ ਨੇ। ਮੌਲਾਨਾ ਅਬਦੁਲਸਤਾਰ ਨਿਆਜ਼ੀ ਨਜ਼ਰ ਮੁਹੰਮਦ ਇੱਥੇ ਸਨ। ਹਾਂਜੀ, ਬਹਿਜ਼ਾਦ ਲਖਨਵੀ ਫਿਲਮੀ ਉਹਦੇ ਵਾਲੇ ਨਾਲ ਉਹਨਾਂ ਦੀ ਸ਼ਾਇਰੀ, ਬੇਸ਼ੁਮਾਰ ਲੋਕ ਜਿਹੜੇ ਨੇ, ਅਮੀਦ ਅਖਤਰ, ਅੱਛਾ, ਮਾਰੂਫ ਰਾਈਟਰ। ਬਿਲਕੁਲ। ਤੇ ਇਸ ਤਰ੍ਹਾਂ ਇੰਨੇ ਕੁ ਲੋਕ ਇੱਥੋਂ ਪੜ੍ਹ ਕੇ ਨਿਕਲੇ ਨੇ ਔਰ ਪਾਕਿਸਤਾਨ ਦੀਆਂ ਮੁਖਤਲਿਫ ਫੀਲਡ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ। ਲੇਕਿਨ ਸਰਤਾਜ ਅਜ਼ੀਜ਼, ਅੱਛਾ, ਉਹ ਅੱਜ ਵੀ ਸਾਡੇ ਜਿਹੜੇ ਜ਼ਿੰਦਾ ਸਟੂਡੈਂਟਸ ਨੇ ਉਹਨਾਂ ਦੇ ਵਿੱਚ ਓਲਡੈਸਟ ਜਿਹੜੇ ਸਟੂਡੈਂਟ ਨੇ ਉਹ ਵੀ ਉਹਨਾਂ ਦੇ ਵਿੱਚ ਇੱਕ ਸ਼ਾਮਲ ਨੇ, ਉਹ ਇੱਥੇ ਪੜ੍ਹਦੇ ਰਹੇ। ਤੇ ਲੇਕਿਨ ਪਤਾ ਨਹੀਂ ਕੀ ਵਜ੍ਹਾ ਹੈ ਕਿ ਕਿਸੇ ਨੇ ਪਿੱਛੇ ਮੁੜ ਕੇ ਇਸ ਕਾਲਜ ਦੀ ਜਿਹੜੀ ਅੱਜ ਦੀ ਹਾਲਤ ਹੈ ਉਹਦੇ ਬਾਰੇ ਨਾ ਸੋਚਿਆ ਤੇ ਨਾ ਉਹਨੂੰ ਬਿਹਤਰ ਬਣਾਉਣ ਦਾ, ਕਿ ਹਾਲਾਂਕਿ ਮਾਦਰੇ ਇਲਮੀ ਕਹਿੰਦੇ ਨੇ ਜਿਹਨੂੰ, ਉਹਦੇ ਨਾਲ ਬੜੀ ਮੁਹੱਬਤ ਹੁੰਦੀ ਹੈ ਜਿਹੜਾ ਵੀ ਆਪਣੇ ਉਸ ਅਦਾਰੇ 'ਚ ਰਹਿ ਕੇ ਗਿਆ ਹੋਵੇ, ਕਿ ਸਾਨੂੰ ਅੱਜ ਵੀ ਅਸ਼ਦ ਜ਼ਰੂਰਤ ਹੈ ਇੱਕ ਬਿਲਡਿੰਗ ਦੀ। ਅੱਛਾ, ਕੋਈ ਬਿਲਡਿੰਗ, ਕੋਈ ਅਲੱਗਾ ਬਿਲਡਿੰਗ ਵੀ ਨਹੀਂ ਦਿੱਤੀ, ਨਾ ਹੀ ਇੱਥੇ ਪਸਰਿਆ ਹੈ? ਨਹੀਂ ਜੀ, ਅਲੱਗਾ ਬਿਲਡਿੰਗ ਕੀ ਦੇਣੀ ਸੀ। ਸਗੋਂ ਜਦੋਂ ਇਹ ਨੈਸ਼ਨਲਾਈਜ਼ ਹੋਏ ਕਾਲਜ ਤੇ ਇਸ ਕਾਲਜ ਦਾ ਕੁਝ 3 ਮੰਜ਼ਲਾ ਦੁਕਾਨਾਂ ਸਨ 7-8 ਬਰਾਂਡਥ ਰੋਡ ਦੇ ਨਾਲ। ਹਾਂਜੀ, ਉਹ ਤੇ ਖੈਰ ਉਦੋਂ ਹੀ ਉਹਨਾਂ ਨੇ ਜਦੋਂ ਪਾਕਿਸਤਾਨ ਬਣਿਆ ਕਬਜ਼ਾ ਕਰ ਲਿਆ ਦੁਕਾਨਦਾਰਾਂ ਨੇ, ਫਿਰ ਉਹ ਕੇਸ ਚੱਲਦਾ ਰਿਹਾ। ਯਾਨੀ ਅੱਜ ਉਹ ਦੁਕਾਨਾਂ ਜਿਹੜੀਆਂ ਨੇ ਉਹ ਕਈ ਕਰੋੜਾਂ ਦੀਆਂ ਨੇ। ਹਾਂਜੀ, ਇੱਕ ਦੁਕਾਨ ਜਿਹੜੀ ਏ ਉਹ 20-20 ਕਰੋੜ ਦੀ ਹੈ। ਅੱਛਾ, ਉਹਨਾਂ ਦੇ ਕਬਜ਼ਾ ਕਰ ਲਿਆ। ਫਿਰ ਉਹ ਕੇਸ ਸੁਪਰੀਮ ਕੋਰਟ ਤੱਕ ਗਿਆ। ਕਿੱਸਾ ਮੁਕਤਸਰ ਇਹ ਕਿ ਉਹਨਾਂ ਦੇ ਹੱਕ 'ਚ ਹੋ ਗਿਆ। ਉਹਨਾਂ ਨੇ ਇੱਥੇ ਇੱਕ 6 ਕਮਰਿਆਂ ਦਾ ਬਲਾਕ ਬਣਾ ਦਿੱਤਾ। ਅੱਛਾ, ਔਰ ਉਸ ਤੋਂ ਬਾਅਦ ਉਹ ਦੁਕਾਨਾਂ ਸੰਭਾਲ ਲਈਆਂ। ਐਸੇ ਯਾਨੀ ਜੋ ਇਸ ਧਰਤੀ ਦੇ ਨਾਲ ਹੋਈ ਪਾਕਿਸਤਾਨ ਬਣਨ ਤੋਂ ਬਾਅਦ ਤੇ ਹੁਣ ਤੱਕ ਹੋ ਰਹੀ ਹੈ,
ਤੇ ਉਹ ਹੀ ਅੱਜ ਵੀ ਹਾਲਾਤ ਨੇ ਇਸ ਕਾਲਜ ਦੇ ਵੀ। ਤੁਸੀਂ ਬਹੁਤ ਨਾਮਵਰ ਸ਼ਖਸੀਅਤ ਦਾ ਜ਼ਿਕਰ ਕੀਤਾ, ਤਸੀਰ ਸਾਹਿਬ ਦਾ ਜ਼ਿਕਰ ਕੀਤਾ, ਔਰ ਐਸੇ ਲੋਕ ਜਿਹੜੇ ਨਾ ਸਿਰਫ ਸਾਡੀ ਤਾਰੀਖ ਦਾ ਹਿੱਸਾ ਨੇ, ਉਹ ਬਤੌਰ ਪ੍ਰਿੰਸੀਪਲ ਇਸ ਕਾਲਜ ਨੂੰ ਚਲਾਉਂਦੇ ਰਹੇ। ਤੁਸੀਂ ਬਤੌਰ ਲੈਕਚਰਰ ਮੇਰਾ ਖਿਆਲ ਹੈ ਇੱਥੇ ਆਗਾਜ਼ ਕੀਤਾ ਜੀ ਔਰ ਅੱਜ ਤੁਸੀਂ ਮਾਸ਼ਾਅੱਲਾ ਪ੍ਰਿੰਸੀਪਲ ਹੋ ਔਰ ਉਹਨਾਂ ਲੋਕਾਂ ਦੀ ਸੀਟ ਤੇ ਬਿਰਾਜਮਾਨ ਹੋ ਔਰ ਉਹ ਕਾਲਜ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੇ ਇੱਕ ਤੇ ਆਪਣੀ ਉਹ ਫੀਲਿੰਗਸ ਦੱਸੋ ਕਿ ਐਡੇ ਵੱਡੇ ਲੋਕਾਂ ਦੇ ਤੁਸੀਂ ਉਸ ਜਗ੍ਹਾ ਤੇ ਮੌਜੂਦ ਹੋ, ਔਰ ਦੂਸਰਾ ਇਹ ਹੈਗਾ ਕਿ ਇਸ ਕਾਲਜ ਨੂੰ ਜਿਹੜੇ ਇਸ਼ੂਜ਼ ਦਰਪੇਸ਼ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ, ਤੇ ਬਤੌਰ ਪ੍ਰਿੰਸੀਪਲ ਤੁਸੀਂ ਕੀ ਸਮਝਦੇ ਹੋ ਕਿ ਇਹਦਾ ਕਿਸ ਤਰ੍ਹਾਂ ਇਹਦੇ 'ਚ ਬਿਹਤਰੀ ਆ ਸਕਦੀ? ਜੀ ਖਵਾਜਾ ਸਾਹਿਬ, ਬਿਲਕੁਲ ਕੋਈ ਸ਼ੱਕ ਨਹੀਂ ਜੀ। ਮੈਂ ਤੇ ਸਮਝਦਾ ਵਾਂ ਕਿ ਮੈਂ ਤੇ ਇਸ ਸੀਟ ਦੇ ਕਾਬਲ ਨਹੀਂ ਹੈਗਾ। ਐਡੀਆਂ ਵੱਡੀਆਂ ਹਸਤੀਆਂ ਜਿਹੜੀਆਂ ਨੇ ਉਹ ਇਸ ਕਮਰੇ 'ਚ ਆ ਕੇ ਬਹਿੰਦੀਆਂ ਰਹੀਆਂ ਔਰ ਇੱਥੇ ਬੈਠਣ ਵਾਲੇ ਜਿਹੜੇ ਪ੍ਰਿੰਸੀਪਲ ਸਨ ਉਹਨਾਂ ਦੇ ਨਾਲ ਡਿਸਕਸ਼ਨ ਕਰਦੇ ਰਹੀਆਂ। ਇੱਕ ਨਾਮ ਮੈਂ ਭੁੱਲ ਗਿਆ ਜੀ, MM ਸ਼ਰੀਫ ਸਾਹਿਬ। ਅੱਛਾ, ਇਹ ਫਿਲਾਸਫੀ ਦਾ ਬਹੁਤ ਵੱਡਾ ਨਾਮ ਹੈ ਔਰ ਅੱਜ ਵੀ ਪਾਕਿਸਤਾਨ 'ਚ ਬਲਕਿ ਬਰਰੇ ਸਕੀ 'ਚ ਫਿਲਾਸਫੀ ਦੇ ਬਾਨੀਆਂ ਦੇ ਵਿੱਚ ਇਹਨਾਂ ਦਾ ਸ਼ੁਮਾਰ ਹੁੰਦਾ ਹੈ। ਅੱਛਾ, ਔਰ ਇਹਨਾਂ ਦੀਆਂ ਫਿਲਾਸਫੀ ਦੇ ਹਵਾਲੇ ਨਾਲ ਬੇਸਿਕ ਕਿਤਾਬਾਂ ਨੇ, ਬਹੁਤ ਸਾਰੀਆਂ ਚੀਜ਼ਾਂ ਬਹੁਤ ਕੰਮ ਹੈ। ਹੋਰ ਬੰਦੇ ਹੈ ਨੇ ਜਿਨ੍ਹਾਂ ਨੇ ਇਸ ਕਾਲਜ ਲਈ ਇਸ ਸੀਟ ਤੇ ਬਹਿ ਕੇ ਬੜਾ ਕੰਮ ਕੀਤਾ। ਬਹਰਹਾਲ ਮਸਾਇਲ ਹਰ ਜਗ੍ਹਾ ਤੇ ਹੁੰਦੇ ਨੇ ਜੀ, ਹਰ ਸੁਸਾਇਟੀ 'ਚ ਹੁੰਦੇ ਨੇ, ਲੇਕਿਨ ਸਾਡਾ ਵੱਡਾ ਮਸਲਾ ਇੱਕੋ ਹੀ ਹੈ। ਉਹ ਇਹ ਵੇ ਕਿ ਅਸੀਂ ਬੱਚਿਆਂ ਨੂੰ ਕਿੱਥੇ ਬਿਠਾਈਏ ਤੇ ਉਹਨਾਂ ਨੂੰ ਪੜ੍ਹਾਈਏ। ਸਾਡੇ ਕੋਲ ਇੱਕ ਪੁਰਾਣਾ ਹੋਸਟਲ ਸੀ ਜਿਹਦੀ ਬਿਲਡਿੰਗ ਜਿਹੜੀ ਹੈ ਉਹ 1988 'ਚ ਇਹਨਾਂ ਨੇ ਉਹ ਖਤਰਨਾਕ ਕਰਾਰ ਦੇ ਕੇ ਤੇ ਉਹਨੂੰ ਬੰਦ ਕਰ ਦਿੱਤਾ ਗਿਆ। ਉਹ ਵਾਕਿਆ ਹੀ ਖਤਰਨਾਕ ਹੈ ਨਹੀਂ, ਪੁਰਾਣੀਆਂ ਬਿਲਡਿੰਗਾਂ ਤੇ ਅਜੇ ਵੀ ਖਲੋਤੀਆਂ ਨੇ, ਕੱਲ੍ਹ ਵਾਲੀਆਂ ਢਹਿ ਜਾਂਦੀਆਂ ਨੇ। ਉਹਦੇ ਕੁਝ ਕਮਰੇ ਜੀ ਅਸੀਂ ਆਪਣੀ ਮਦਦ ਆਪ ਦੇ ਤਹਿਤ ਕਾਲਜ ਦੇ ਵਸਾਇਲ ਨਾਲ ਕੁਝ ਜੋ ਡਿਸਟੈਂਪਰ ਕਰਾ, ਕੁਝ ਉਹਨਾਂ ਦਾ ਪਲਸਤਰ ਕਰਵਾ, ਫਰਸ਼ ਲਾ, ਉਹ ਅਸੀਂ ਉਹਨੂੰ ਇਸਤੇਮਾਲ ਦੇ ਕਾਬਲ ਖੁਦ ਬਣਾਏ ਨੇ। 5 6 7 ਕਮਰੇ ਜਿਨ੍ਹਾਂ 'ਚ ਅਸੀਂ ਬੱਚਿਆਂ ਨੂੰ ਬਿਠਾਣੇ ਆ, ਪੜ੍ਹਾਉਣੇ ਆ। ਲੇਕਿਨ ਉਹ ਬਹੁਤ ਸਾਰੀ ਜਗ੍ਹਾ ਸਾਡੇ ਕੋਲ, ਕੋਈ 4 ਕਨਾਲ ਦੇ ਕਰੀਬ 5 ਦੇ, ਉੱਥੇ ਸਾਨੂੰ ਇੱਕ ਬਿਲਡਿੰਗ ਚਾਹੀਦੀ ਹੈ ਜਿਹੜੀ 2 ਜਾਂ 3 ਮੰਜ਼ਲਾ ਹੋਵੇ, ਜਿੰਦੇ 'ਚ ਕਮਰੇ ਹੋਣ ਜਿੱਥੇ ਬੈਠ ਕੇ ਸਾਡੇ ਬੱਚੇ ਪੜ੍ਹ ਸਕਣ। ਕਿਉਂ ਕਿ ਇਸ ਪਾਕਿਸਤਾਨ ਨੂੰ ਬਣਾਉਣ ਲਈ ਇਸ ਕਾਲਜ ਦੇ ਸਟੂਡੈਂਟਸ ਨੇ ਬਹੁਤ ਅਹਿਮ ਰੋਲ ਅਦਾ ਕੀਤਾ ਹੈ। ਅਗਰ ਅਸੀਂ ਆਪਣੀ ਤਾਰੀਖ ਨੂੰ ਵੇਖੀਏ ਤੇ MSF ਜਿਹੜੀ ਉਸ ਦੌਰ ਦੀ ਸੀ ਉਹਦੀ ਬੁਨਿਆਦ ਰੱਖੀ ਗਈ ਔਰ ਉਹਦੇ ਪੂਰੇ ਬਰਰੇ ਸਗੀਰ 'ਚ ਫੈਲ ਗਏ ਇੱਥੋਂ ਦੇ ਸਟੂਡੈਂਟਸ। ਹਾਂ, ਇੱਕ ਨਾਮ ਹੋਰ ਨਾਲੋਂ ਨਾਲ ਯਾਦ ਆ ਰਹੇ ਨੇ, ਚੌਧਰੀ ਰਹਿਮਤ ਅਲੀ, ਜਿਨ੍ਹਾਂ ਨੇ ਪਾਕਿਸਤਾਨ ਦਾ ਨਾਂ ਦਿੱਤਾ। ਭਾਵੇਂ ਬਾਜ਼ ਲੋਕਾਂ ਨੇ ਉਹਦੇ 'ਤੇ ਇਖਤਲਾਫ ਵੀ ਕੀਤਾ ਕਿ ਜੀ ਉਸ ਤੋਂ ਪਹਿਲੇ ਹੀ ਆ ਗਿਆ ਸੀ, ਲੇਕਿਨ ਮਾਰੂਫ ਉਹ ਹੀ ਹੋਏ। ਉਹ ਵੀ ਇਸ ਕਾਲਜ ਦੇ ਸਟੂਡੈਂਟ ਰਹੇ, ਉਹ ਵੀ ਉੱਥੇ ਪੜ੍ਹਦੇ ਰਹੇ। ਉਹਨਾਂ ਦੇ ਨਾਂ 'ਤੇ ਅਸੀਂ ਇੱਥੇ ਇੱਕ ਸੈਮੀਨਾਰ ਰੂਮ ਕਮਰਾ ਬਣਾਇਆ ਹੈ, ਉਹਨਾਂ ਦੇ ਨਾਂ 'ਤੇ ਚੌਧਰੀ ਰਹਿਮਤ ਅਲੀ ਸੈਮੀਨਾਰ ਰੂਮ। ਤੇ ਇਸ ਤਰ੍ਹਾਂ ਉਹਨਾਂ ਲੋਕਾਂ ਨੇ ਇਸ ਧਰਤੀ ਨੂੰ ਦਿੱਤਾ ਹੈ, ਇਸ ਮੁਲਕ ਬਣਾਉਣ 'ਚ ਅਹਿਮ ਰੋਲ ਅਦਾ ਕੀਤਾ ਇਸ ਕਾਲਜ ਦੇ ਨੇ। ਸੋਚਣਾ ਇਹ ਵੇ ਕਿ ਇਸ ਮੁਲਕ ਨੇ ਇਸ ਕਾਲਜ ਨੂੰ ਕੀ ਦਿੱਤਾ, ਇੱਥੋਂ ਦੇ ਹੁਕਮਰਾਨਾਂ ਨੇ ਇਸ ਕਾਲਜ ਨੂੰ ਕੀ ਦਿੱਤਾ ਔਰ ਅੱਗੇ ਤੋਂ ਕੀ ਦੇਣਗੇ, ਕੀ ਦੇ ਰਹੇ ਨੇ। ਬਲਕਿ ਹੁਣ ਤੇ ਨਜ਼ਰਾਂ ਨੇ ਕਿ ਯਾਰ ਇਹਨਾਂ ਨੂੰ ਵੇਚ ਦਿਓ ਅਦਾਰਿਆਂ ਨੂੰ, ਪੈਸਾ ਹਰ ਪਾਸੇ। ਉਹ ਪੈਸੇ ਵਾਲੀ ਸੋਚ ਜਿਹੜੀ ਏ ਉਹ ਹੋ ਗਈ ਏ। ਇਹ ਨਹੀਂ ਵੇਖਣਾ ਕਿ ਇਹ, ਬਲਕਿ ਜੋ ਅੱਜ ਦੇ ਇੱਕ ਗਰੀਬ ਔਰ ਮਾੜੇ ਤਬਕੇ ਦੀ ਹਾਲਤ ਹੈ ਉਹੀ ਸਾਡੇ ਕਾਲਜ ਦੀ। ਡਾਕਟਰ ਸਾਹਿਬ, ਵੈਸੇ ਤੁਹਾਡੀਆਂ ਗੱਲਾਂ ਸੁਣ ਕੇ ਬੜੀ ਤਸ਼ਵੀਸ਼ ਹੋਈ ਹੈ ਕਿ ਪੁਰਾਣੇ ਜਿੰਨੇ ਕਾਲਜਿਸ ਨੇ ਉਹ ਤਾਂ ਯੂਨੀਵਰਸਿਟੀਆਂ ਬਣ ਗਏ ਨੇ, ਇਹ ਸੁਕੜਨ ਦੇ ਹੈ। ਅੱਛਾ, ਉਹ ਵੀ ਨਾ ਇੱਕ ਇਸ਼ੂ ਹੈ। ਯੂਨੀਵਰਸਿਟੀ ਜਿਹੜਾ ਨਾ ਜੀ, ਯੂਨੀਵਰਸਿਟੀਆਂ ਬਣਾਉਣ ਜਿੰਨੀਆਂ ਮਰਜ਼ੀ ਹੋਣੀਆਂ ਚਾਹੀਦੀਆਂ ਨੇ, ਲੇਕਿਨ ਕਾਲਜਾਂ ਨੂੰ ਯੂਨੀਵਰਸਿਟੀਆਂ ਕਿਉਂ ਬਣਾਉਂਦੀ ਪਈ ਹੈ ਗੌਰਮੈਂਟ? ਇਹਦੇ ਪਿੱਛੇ ਸਿਆਸਤ ਹੈ ਜਾਂ ਸੋਚ ਹੈ ਕਿ ਜਾਨ ਛੁਡਾਓ ਪੈਸਿਆਂ ਤੋਂ। ਅੱਛਾ, ਬਾਹਰ ਇੱਕ 500 ਦਾ ਬੋਰਡ ਨਵਾਂ ਬਣਵਾਓ 1000 ਦਾ, ਤੇ ਉੱਥੇ ਲਿਖ ਦਿਓ ਜਨਾਬ ਫਲਾਂ ਯੂਨੀਵਰਸਿਟੀ, ਤੇ ਅੰਦਰ ਦਾ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਪੁਰਾਣਾ ਹੀ ਹੈ। ਅਸੀਂ ਇਸ ਹੱਕ ਚਾਹਾਂਗੇ ਯੂਨੀਵਰਸਿਟੀਆਂ ਬਣਾਓ, ਲੇਕਿਨ ਨਵੀਂ ਜਗ੍ਹਾ ਤੇ ਬਣਾਓ, ਉਹਨੂੰ ਡਿਵੈਲਪ ਕਰੋ। ਉਸ ਤੋਂ ਬਾਅਦ ਕੀ ਹੋਏਗਾ, ਜਦੋਂ ਯੂਨੀਵਰਸਿਟੀ ਤੁਸੀਂ ਬਣਾ ਦਿੰਦੇ ਹੋ, ਉੱਥੇ ਇੱਕ ਸਮੈਸਟਰ ਦੀ 60-60 ਹਜ਼ਾਰ ਫੀਸ। ਅਸੀਂ ਇੱਥੇ ਚੈਰਿਟੀ ਦੇ ਬੱਚੇ ਪੜ੍ਹਾ ਰਹੇ ਹਾਂ, ਯਾਨੀ ਸਾਡਾ ਇੱਕ ਫਸਟ ਈਅਰ ਦਾ ਬੱਚਾ ਜਿਹੜਾ ਹੈ ਉਹ ਗੌਰਮੈਂਟ ਦੇ ਕਾਲਜ ਦੇ ਕਿਸੇ ਦੇ ਵਿੱਚ ਆ ਕੇ ਤੇ ਉਸ ਸਾਲ ਦੀ 4200 ਫੀਸ ਦਿੰਦਾ, ਜਿਹਦੇ ਵਿੱਚ ਉਹਦੀ ਲਾਇਬ੍ਰੇਰੀ ਸਿਕਿਉਰਿਟੀ ਵੀ ਹੈ ਜਿਹੜੀ ਅਸੀਂ ਉਹਨੂੰ ਬਾਅਦ 'ਚ ਵਾਪਸ ਕਰ ਦੇਣੀ ਹੈ। ਅੱਛਾ, ਤੇ ਅਸੀਂ ਤੇ ਚੈਰਿਟੀ ਤੇ 2 ਯਾਨੀ 500 ਰੁਪਏ ਮਹੀਨਾ ਵੀ ਨਹੀਂ ਪੈਂਦਾ। ਲਿਹਾਜ਼ਾ ਜਿੰਨੇ ਵੀ ਅੱਜ ਸਰਕਾਰੀ ਕਾਲਜ ਨੇ,
ਇਹ ਚੈਰਿਟੀ ਦੇ ਤੌਰ ਤੇ ਪੜ੍ਹਾ ਰਹੇ ਨੇ ਔਰ ਹਰ ਦੁਨੀਆ ਦੇ ਹਰ ਥਾਂ ਤੇ ਹੁੰਦਾ ਹੈ, ਕਿਉਂਕਿ ਐਜੂਕੇਸ਼ਨ ਇੱਕ ਬੇਸਿਕ ਹੈ। ਇਹਨੇ ਪੂਰੇ ਮੁਲਕ ਨੂੰ ਚਲਾਉਣ ਲਈ ਇੱਕ ਕੈਡਰ ਦੇਣਾ ਹੈ, ਇੱਕ ਚੀਜ਼ਾਂ ਦੇ ਲੋਕਾਂ ਨੂੰ ਦੇਣਾ ਹੈ ਔਰ ਉਹਦੇ ਉੱਤੇ ਅਸੀਂ ਇਨਵੈਸਟ ਕਰਨਾ ਹੈ। ਇਹ ਇਨਵੈਸਟਮੈਂਟ ਹੈ ਔਰ ਦੁਨੀਆ ਦੀ ਸਭ ਤੋਂ ਫਰੂਟਫੁਲ ਇਨਵੈਸਟਮੈਂਟ ਜਿਹੜੀ ਉਹ ਐਜੂਕੇਸ਼ਨ ਤੇ ਹੁੰਦੀ ਹੈ ਕਿ ਕੋਈ ਇੱਕ ਸਾਇੰਸਦਾਨ ਹੀ ਨਿਕਲਿਆ 50 ਸਾਲਾਂ 'ਚ, ਕੋਈ ਐਸੀ ਉਹ ਪ੍ਰੋਡਕਟ ਬਣਾ ਦੇਵੇ, ਐਸੀ ਕਰ ਦੇਵੇ ਪ੍ਰੋਡਕਸ਼ਨ ਕਿ ਉਹ ਤੁਹਾਡੇ 50 ਸਾਲਾਂ 'ਚ ਲੱਗੇ ਹੋਏ ਪੈਸੇ ਵਾਪਸ ਆ ਜਾਂਦੇ ਨੇ। ਇਸ ਕਾਲਜ ਦੀ ਤੇ ਆਪਣੀ ਤਾਰੀਖ ਹੈ ਇਸ ਵਾਲੇ ਨਾ, ਹਾਂਜੀ, ਕਿ ਇਸ ਕਾਲਜ 'ਚੋਂ ਜੀ ਬਹੁਤ ਲੋਕ ਜਿਨ੍ਹਾਂ ਨੇ ਇਸ ਮੁਲਕ ਦੀ ਖਿਦਮਤ ਕੀਤੀ ਔਰ ਮੈਂ ਸਮਝਦਾ ਜਿਵੇਂ ਤੁਸੀਂ ਪੁੱਛਿਆ ਕਿ ਸਾਡੇ ਲਈ ਇੱਥੇ ਜਿਹੜੀਆਂ ਬਿਲਡਿੰਗ ਬਣਨਾ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਉੱਥੇ ਵੇਖੋ, ਅਸੀਂ ਲਾਹੌਰ ਦੇ ਸੈਂਟਰ 'ਚ ਬੈਠੇ ਹਾਂ ਲੇਕਿਨ ਅਸੀਂ ਨਵੇਂ ਪ੍ਰੋਗਰਾਮ ਇੱਥੇ ਨਹੀਂ ਸ਼ੁਰੂ ਕਰਾ ਸਕਦੇ। BS ਅਸੀਂ ਬਹੁਤ ਥੋੜ੍ਹੇ ਕਰਾ ਰਹੇ ਹਾਂ। ਵਜ੍ਹਾ ਕੀ ਕਿ ਅਸੀਂ ਬੱਚਿਆਂ ਨੂੰ ਬਿਠਾਈਏ ਕਿੱਥੇ। ਅੱਛਾ, ਹੁਣ ਤੁਸੀਂ ਮਾਸ਼ਾਅੱਲਾ ਪੰਜਾਬੀ 'ਚ PhD ਵੀ ਕੀਤੀ, ਪੰਜਾਬੀ ਵਾਲੇ ਥੋੜ੍ਹਾ ਜਾਣਦੇ ਹਾਂ ਕਿ ਇੱਥੇ ਦੇ ਸਟੂਡੈਂਟਸ ਕੀ ਪੰਜਾਬੀ ਪੜ੍ਹ ਰਹੇ ਨੇ? ਦੂਜਾ ਇਹ ਕਿ ਪੰਜਾਬੀ ਨੇ ਤੁਹਾਨੂੰ, ਪੰਜਾਬੀ ਪੜ੍ਹਨ ਨਾਲ ਤੁਹਾਨੂੰ ਕੀ ਫਾਇਦਾ ਪਹੁੰਚਿਆ ਹੁਣ ਤੱਕ? ਜੀ ਦੋਵੇਂ ਸਵਾਲਾਂ ਦਾ ਮੈਂ ਜਵਾਬ ਦੇਣਾ ਜੀ। ਹਰ ਸਾਡੇ ਉਸ ਕਾਲਜ ਦੇ ਵਿੱਚ ਜਿੱਥੇ ਪੰਜਾਬੀ ਪੜ੍ਹਾਈ ਜਾਂਦੀ ਹੈ ਸਭ ਤੋਂ ਜ਼ਿਆਦਾ ਬੱਚੇ ਸਾਡੇ ਕੋਲ ਹੀ ਹੁੰਦੇ ਨੇ। ਪੰਜਾਬੀ ਸਬਜੈਕਟ ਰੱਖਦੇ ਨੇ, ਇਖਤਿਆਰੀ ਜਿਹੜਾ ਸਬਜੈਕਟ ਹੈ, ਕਿਉਂਕਿ ਲਾਜ਼ਮੀ ਤੇ ਹੈ ਨਹੀਂ, ਜਿਹਦੇ ਲਈ ਅਸੀਂ ਕੋਸ਼ਿਸ਼ਾਂ ਹੈਗੇ ਆ ਕਿ ਜੀ ਲਾਜ਼ਮੀ ਕੀਤਾ ਜਾਏ ਪਹਿਲੀ ਤੋਂ ਲੱਗ ਕੇ ਤੇ BA ਤੱਕ, ਕਿਉਂਕਿ ਇਸ ਧਰਤੀ ਦੀ ਜ਼ੁਬਾਨ ਹੈ। ਬਹਰਹਾਲ ਸਾਡੇ ਕੋਲ ਸਭ ਤੋਂ ਜ਼ਿਆਦਾ ਬੱਚੇ ਹੁੰਦੇ ਨੇ, ਅਸੀਂ ਸਗੋਂ ਉਹਨਾਂ ਨੂੰ ਪਾਬੰਦ ਕਰਨੇ ਆ ਕਿ ਯਾਰ ਬਾਕੀ ਸਬਜੈਕਟ ਵੱਲ ਵੀ ਜਾਓ, ਉਹ ਵੀ ਪੜ੍ਹਨ। ਤੇ ਇਹਦੇ ਬਾਵਜੂਦ ਸਾਡੇ ਕੋਲ ਸਭ ਤੋਂ ਜ਼ਿਆਦਾ ਹਰ ਕਾਲਜ 'ਚ, ਕਿਉਂ ਕਿ ਇਹ ਤੁਹਾਨੂੰ ਅਦਾਦੋ ਸ਼ੁਮਾਰ ਦੱਸਣਗੇ ਬੋਰਡ ਔਰ ਯੂਨੀਵਰਸਿਟੀ ਦੇ ਕਿ ਸਾਡੇ ਬੋਰਡ ਦੇ ਅਗਰ ਤੁਸੀਂ ਅਦਾਦੋ ਸ਼ੁਮਾਰ ਲਵੋ ਹਰ ਬੋਰਡ ਦੇ ਤੇ ਇਖਤਿਆਰੀ ਸਬਜੈਕਟ ਰੱਖਣ ਵਾਲਿਆਂ 'ਚ ਸਭ ਤੋਂ ਜ਼ਿਆਦਾ ਸਟੂਡੈਂਟ ਪੰਜਾਬੀ ਦੇ ਨੇ। ਮੈਟ੍ਰਿਕ 'ਚ ਵੀ, ਹਾਲਾਂਕਿ ਸਕੂਲ ਦੇ ਵਿੱਚ ਟੀਚਰ ਕੋਈ ਨਹੀਂ ਦੇ ਰਹੀ ਗੌਰਮੈਂਟ ਪੜ੍ਹਾਉਣ ਲਈ ਪੰਜਾਬੀ ਟੀਚਰ, ਲੇਕਿਨ ਬੱਚਾ ਸਭ ਤੋਂ ਜ਼ਿਆਦਾ ਮੈਟ੍ਰਿਕ 'ਚ ਵੀ ਹੈ, FA 'ਚ ਵੀ ਹੈ ਔਰ BA ਵਗੈਰਾ ਦੇ ਵਿੱਚ ਵੀ ਹੈ, ADP ਜਾਂ BA ਜੋ ਵੀ ਪ੍ਰੋਗਰਾਮ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਾਡਾ ਸ਼ੋਭਾ ਵੀ ਇੱਥੇ 1975 ਦਾ ਪੰਜਾਬੀ ਦਾ ਸ਼ੋਭਾ ਕਾਇਮ ਹੈ। ਅੱਛਾ, ਚੌਧਰੀ ਨਜ਼ੀਰ ਸਾਹਿਬ ਉਹਦੇ ਪਹਿਲੇ ਸਰਬਰਾਹ ਸਨ ਔਰ ਉਸ ਤੋਂ ਬਾਅਦ ਮੈਂ ਆਇਆ 1994 'ਚ ਔਰ ਹੁਣ ਇੱਥੇ ਮੈਂ ਤੇ ਚੌਂਕੇ ਇਸ ਸੀਟ 'ਤੇ ਆ ਗਿਆ ਤੇ 3 ਲੋਕ ਹੋਰ ਨੇ ਜਿਹੜੇ ਇਸ ਸ਼ੋਬੇ ਨੂੰ ਚਲਾ ਰਹੇ ਨੇ, ਜਿਹਦੇ ਵਿੱਚ ਡਾਕਟਰ ਫੌਜ਼ੀਆ ਨੀਫ PhD ਨੇ, ਸ਼ਾਮ ਮੁਹੰਮਦ ਸ਼ਾਮ ਲੈਕਚਰਰ ਨੇ, ਉਹ ਵੀ MPhil ਨੇ, ਸਿਦਰਾ ਸੁਜ਼ੈਨਾ ਉਹ ਵੀ MPhil ਨੇ ਔਰ ਇਹ ਦੋਨੋਂ PhD ਕਰ ਰਹੇ ਨੇ। ਔਰ ਸਾਡੇ ਕੋਲ ਫੈਕਲਟੀ ਮਾਸ਼ਾਅੱਲਾ ਬਹੁਤ ਅੱਛੀ ਹੈ, ਹਰ ਸਰਕਾਰੀ ਕਾਲਜ ਦੇ ਵਿੱਚ ਫੈਕਲਟੀ ਚੰਗੀ ਹੈ। ਸਾਡੇ ਵਾਲਦੈਨ ਨੂੰ ਇਹ ਜ਼ਰੂਰ ਚਾਹੀਦਾ ਹੈ, ਮੈਂ ਅੱਜ ਦੇ ਇਸ ਵਸਾਤਤ ਨਾਲ ਕਹਾਂ ਕਿ ਕਾਲਜ ਹਮੇਸ਼ਾ ਸਰਕਾਰੀ ਚੰਗਾ ਹੈ। ਇਹ ਨਾ ਵੇਖੋ ਤੇ ਫੀਸ ਘੱਟੇ, ਉੱਥੋਂ ਦਾ ਟੀਚਰ ਤੁਹਾਨੂੰ ਉਹਦੇ ਵਰਗਾ ਕਿਧਰੇ ਨਹੀਂ ਮਿਲੇਗਾ ਕਿਸੇ ਪ੍ਰਾਈਵੇਟ ਅਦਾਰੇ 'ਚ। ਬਿਲਕੁਲ, ਉਹ ਮੁੰਤਖਬ ਹੋ ਕੇ ਆਉਂਦੇ ਨੇ, ਔਸਤਨ 100 'ਚੋਂ ਇੱਕ ਜਿਹੜਾ ਬੰਦਾ ਸਿਲੈਕਟ ਹੁੰਦਾ ਹੈ। ਹੁਣ ਮੇਰੇ ਕੋਲ 100 ਤੇ ਕੋਈ 2 ਲੋਕ ਨੇ ਪੜ੍ਹਾਉਣ ਵਾਲੇ ਇਸ ਕਾਲਜ ਸਟਾਫ, ਅਜੇ ਕੋਈ 25 ਸੀਟਾਂ ਖਾਲੀ ਵੀ ਨੇ ਜੀ ਤੇ ਉਹਦੇ ਵਿੱਚੋਂ 24 ਲੋਕ PhD ਨੇ ਔਰ 48 ਲੋਕ ਜਿਹੜੇ ਨੇ ਉਹ MPhil ਨੇ। ਯਾਨੀ 70-75 ਹੀ ਬਣਦੇ ਨੇ ਤੇ ਯਾਨੀ ਪੜ੍ਹਿਆ ਲਿਖਿਆ ਸਟਾਫ ਹੈ ਔਰ ਵਾਲਦੈਨ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਕਾਲਜਾਂ 'ਚ ਬੱਚਿਆਂ ਨੂੰ ਭੇਜਣ ਔਰ ਰੈਗੂਲਰ ਭੇਜਣ, ਉਹਨਾਂ ਨੂੰ ਕਿਸੇ ਅਕੈਡਮੀ ਭੇਜਣ ਦੀ ਜ਼ਰੂਰਤ ਨਹੀਂ। ਤੇ ਇਹ ਜ਼ਰੂਰ ਹੈ ਕਿ ਸਾਡੇ ਕਾਲਜ 'ਚ ਰੈਗੂਲਰ ਕਲਾਸਾਂ ਹੁੰਦੀਆਂ ਨੇ। ਸਾਡਾ ਉਸਤਾਦ ਜਿਹੜੇ ਨੇ ਇਸ ਕਾਲਜ ਦੇ ਮਿਹਨਤੀ ਨੇ, ਜਾਨ ਮਾਰ ਕੇ ਪੜ੍ਹਾ ਰਹੇ ਨੇ। ਇਸ ਟਾਈਮ 3.5 ਹੋ ਗਏ ਨੇ ਤੇ ਮੈਂ ਤੁਹਾਨੂੰ ਹੁਣੇ ਬਾਹਰ ਲੈ ਕੇ ਨਿਕਲਾਂ ਤੇ ਕਿੰਨੇ ਪ੍ਰੋਫੈਸਰ ਕਾਲਜ 'ਚ ਮੌਜੂਦ ਹੋਣਗੇ, ਕੋਈ ਨਾ ਕੋਈ ਕੰਮ ਕਰ ਰਹੇ ਨੇ ਉਹ ਜਿਹੜਾ ਇਸ ਕਾਲਜ ਨੂੰ ਜਿੰਦਾ ਕੋਈ ਫਾਇਦਾ ਹੈ। ਤੇ ਇਸ ਕਰਕੇ ਬਾਕੀ ਰਹਿ ਗਈ ਪੰਜਾਬੀ ਦੀ, ਤੁਸੀਂ ਜਿਹੜੀ ਉਹ ਗੱਲ ਕਰ ਰਹੇ ਹੋ ਤੇ ਇਨਸ਼ਾਅੱਲਾ ਰੋਸ਼ਨ ਹੈ ਪੰਜਾਬੀ ਦਾ ਮੁਸਤਕਬਲ ਵੀ, ਕੋਈ ਇਹਦੇ 'ਚ ਨਹੀਂ। ਸਾਡੀ ਧਰਤੀ ਦੀ ਜ਼ੁਬਾਨ ਹੈ ਔਰ ਇਹ ਸੂਫੀਆਂ ਦੀ ਜ਼ੁਬਾਨ ਹੈ। ਅਗਰ ਤੁਸੀਂ ਦੇਖੋ ਨਾ ਜੀ, ਜਦੋਂ ਸ਼ੇਕਸਪੀਅਰ ਦਾ ਜੇ ਵਾਲਦ ਸਾਹਿਬ ਦੁਨੀਆ 'ਚ ਨਹੀਂ ਸੀ ਆਏ ਤੇ ਬਾਬਾ ਫਰੀਦ ਦਾ ਤੂਤੀ ਬੋਲ ਰਿਹਾ ਸੀ ਇਸ ਧਰਤੀ ਤੇ। ਕਿਆ ਬਾਤ, ਇਹ ਏਡੀ ਪੁਰਾਣੀ ਔਰ ਕਦੀਮ ਜ਼ੁਬਾਨ ਹੈ ਔਰ ਉਹ ਅੱਜ ਵੀ ਜ਼ਿੰਦਾ ਨੇ ਬਾਬਾ ਫਰੀਦ ਜੀ। ਤੇ ਜ਼ੁਬਾਨ ਨਹੀਂ ਮਰੇਗੀ, ਕੋਈ ਇਹਨੂੰ ਬੋਲੇ ਨਾ ਬੋਲੇ, ਇਹਨੂੰ ਕਿਸੇ ਅਦਾਰੇ 'ਚ ਪੜ੍ਹਾਵੇ ਨਾ ਪੜ੍ਹਾਵੇ, ਜ਼ੁਬਾਨ ਨਹੀਂ ਮਰਦੀ। ਮੈਂ ਅੱਜ ਯਾਨੀ ਦਾਅਵੇ ਨਾਲ ਕਹਿਣਾ, ਜਿਹੜੇ ਦੋਸਤ ਸਾਡੇ ਕਹਿੰਦੇ ਨੇ ਕਿ ਜੀ ਜ਼ੁਬਾਨ ਜਿਹੜੀ ਇਹ ਮਰ ਜਾਏਗੀ, ਇਹ ਸੂਫੀਆਂ ਦੀ ਜ਼ੁਬਾਨ ਹੈ, ਇਹ ਬੁੱਲੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ ਦੀ ਜ਼ੁਬਾਨ ਹੈ, ਮੀਆਂ ਮੁਹੰਮਦ ਬਖਸ਼ ਦੀ ਜ਼ੁਬਾਨ ਹੈ, ਇਹ ਨਹੀਂ ਮਰੇਗੀ।
ਨਾ ਬੋਲੇ ਕੋਈ ਨਹੀਂ ਬੋਲਦਾ। ਤੇ ਤੁਸੀਂ ਪੰਜਾਬੀ ਅਦਬੀ ਸੰਗਤ ਦੇ ਵੀ ਸੈਕਟਰੀ ਰਹੇ ਕੋਈ 20-22 ਸਾਲ? ਹਾਂਜੀ ਹਾਂਜੀ, ਪੰਜਾਬੀ ਅਦਬੀ ਸੰਗਤ ਬਹੁਤ ਪੁਰਾਣੀ ਇੱਕ ਤਨਜ਼ੀਮ ਹੈ ਪੰਜਾਬੀਆਂ ਦੀ, ਸ਼ਾਇਰਾਂ ਅਦੀਬਾਂ ਦੀ, ਜਿਹਦੀ ਬੁਨਿਆਦ 1961 'ਚ ਰੱਖੀ ਗਈ। ਔਰ ਇਹਦੇ ਪਹਿਲੇ ਕਨਵੀਨੀਅਰ ਜਿਹੜੇ ਸਨ ਉਹ ਅਹਿਮਦ ਰਾਈ ਸਨ ਔਰ ਉਸਤਾਦ ਦਾਮਨ ਦੇ ਸੈਕਟਰੀ ਰਹੇ। ਵਾਹ ਜੀ। ਫਿਰ ਮੁਸ਼ਤਾਕ ਕਮਲ, ਪਰਵੇਜ਼ ਅਹਿਮਦ, ਤਨਵੀਰ ਜ਼ਹੂਰ, ਇਕਬਾਲ ਕੈਸਰ, ਪ੍ਰਵੀਨ ਮਲਕ ਨਹੀਂ ਮੈਂਬਰ ਰਹੇ ਨੇ। ਔਰ ਇਹਨਾਂ ਦੇ ਬਾਨੀਆਂ 'ਚ ਆਸਫ ਖਾਨ, ਨਜਮ ਹੁਸੈਨ ਸੈਯਦ, ਨਸੀਰ ਮਲਕੀ, ਰਾਜਾ ਰਸਾਲੂ, ਅਫਜ਼ਲ ਖਾਂ, ਸਿਫਤੁਲ ਹਸਨ ਜ਼ੈਗਮ ਸਾਹਿਬ, ਇਹ ਸਾਰੇ ਲੋਕ ਜਿਹੜੇ ਸਨ ਇਹ ਉਹਨਾਂ ਦਾ ਲਾਇਆ ਹੋਇਆ ਬੂਟਾ ਸੀ ਜਿਹੜਾ ਕਿ ਅੱਜ ਤੱਕ ਚੱਲ ਰਿਹਾ ਹੈ। ਔਰ ਮੈਂ ਵੀ ਉਹਦੇ 'ਚ ਆਪਣਾ ਹਿੱਸਾ ਪਾਇਆ। ਅੱਜ ਵੀ ਮੈਂ ਪੰਜਾਬੀ ਅਦਬੀ ਸੰਗਤ ਦੇ ਇਜਲਾਸ 'ਚ ਹਰ ਜੁਮੇ ਜਾਂਦਾ ਵਾਂ। ਹੁਣ ਉਹਨੂੰ ਮੁਸ਼ਤਾਕ ਕਮਰ ਸਾਹਿਬ ਚਲਾ ਰਹੇ ਨੇ ਅਤੇ ਮੈਂ ਖੁਦ ਇਹਦਾ ਕੋਈ 18-19 ਸਾਲ ਸੈਕਟਰੀ ਰਿਹਾ ਵਾਂ। ਅਤੇ ਇਹ ਅਦੀਬਾਂ, ਪੰਜਾਬੀ ਅਦੀਬਾਂ ਔਰ ਸ਼ਾਇਰਾਂ ਦੀ ਕਦੀਮ ਜਾਂ ਪੁਰਾਣੀ ਜਿਹੜੀ ਤਨਜ਼ੀਮ ਹੈ ਜਿਹਦੇ 'ਚ ਤਨਕੀਦੀ ਇਕੱਠ ਹੁੰਦੇ ਨੇ, ਮੁਸ਼ਾਇਰੇ ਹੁੰਦੇ ਨੇ, ਕਿਤਾਬਾਂ ਦੇ ਫੰਕਸ਼ਨ, ਲੈਕਚਰ, ਮੁਖਤਲਿਫ ਅਸੀਂ ਈਵੈਂਟ ਜਿਹੜੇ ਨੇ ਉਹ ਕਰਵਾਉਂਦੇ ਰਹੀਦਾ ਤਾਂ ਕਿ ਉੱਥੇ ਸ਼ਾਇਰ ਅਦੀਬ ਜਿਹੜੇ ਨੇ ਉਹ ਹੋਰ ਅੱਗੇ ਬਿਹਤਰ ਆਪਣੀਆਂ ਚੀਜ਼ਾਂ ਪੇਸ਼ ਕਰਕੇ ਹੋਰ ਉਹਦੇ 'ਚ ਬਿਹਤਰੀ ਕਰਨ। ਔਰ ਉਹਨੇ ਸ਼ਾਇਰ ਅਦੀਬ ਬਣਾਏ ਨੇ ਔਰ ਪੈਦਾ ਕੀਤੇ ਨੇ ਬੇਸ਼ੁਮਾਰ ਲੋਕ। ਅੱਛਾ ਡਾਕਟਰ ਸਾਹਿਬ, ਇੱਕ ਜਿਹੜੀ ਬੜੀ ਅਹਿਮ ਗੱਲ ਹੈ, ਨੋ ਡਾਊਟ ਤੁਹਾਡੀ ਤਾਲੀਮੀ ਕਾਬਲੀਅਤ, ਤੁਹਾਡਾ ਐਕਸਪੀਰੀਅੰਸ ਆਪਣੀ ਥਾਂ, ਲੇਕਿਨ ਜਦੋਂ ਤੁਸੀਂ ਕਿਸੇ ਇੰਤਜ਼ਾਮੀ ਅਹੁਦੇ 'ਤੇ ਆਉਂਦੇ ਹੋ ਉਹਦੇ ਲਈ ਤੁਹਾਨੂੰ ਬਿਲਕੁਲ ਹੋਰ ਤਰ੍ਹਾਂ ਦੀਆਂ ਸਲਾਹੀਤਾਂ ਦਰਕਾਰ ਹੁੰਦੀਆਂ ਨੇ। ਅਤੇ ਬਤੌਰ ਪ੍ਰਿੰਸੀਪਲ ਯਕੀਨਨ ਤੁਸੀਂ ਉਹਨੂੰ ਚਲਾ ਹੀ ਰਹੇ ਹੋ। ਅਤੇ ਇਹ ਸਾਨੂੰ ਜ਼ਰਾ ਆਪਣੇ ਇਸ ਹੁਨਰ ਦੇ ਬਾਰੇ 'ਚ ਵੀ ਦੱਸੋ ਕਿ ਕਿੰਨੇ ਕੁ ਮਾਸ਼ਾਅੱਲਾ ਇੰਤਜ਼ਾਮੀ। ਜੀ ਬਿਲਕੁਲ, ਇਹ ਤੁਹਾਡੀ ਗੱਲ ਠੀਕ ਹੈ ਕਿ ਇਲਮ ਹੋਣਾ ਜਾਂ ਪੜ੍ਹਾਉਣਾ ਹੋਰ ਅਮਲ ਹੈ ਅਤੇ ਜਦੋਂ ਤੁਸੀਂ ਐਡਮਿਨਿਸਟ੍ਰੇਸ਼ਨ 'ਚ ਆਉਂਦੇ ਹੋ ਅਤੇ ਉਹ ਹੋਰ, ਕਿਉਂਕਿ ਵੱਡਾ ਕਾਲਜ ਹੈ, 102 ਲੋਕ ਅਤੇ ਸਾਡੇ ਕੋਲ ਪੜ੍ਹਾਉਣ ਵਾਲੇ ਮੌਜੂਦ ਨੇ, 23 ਕਲੈਰੀਕਲ ਸਟਾਫ ਦੇ ਨੇ, ਕੋਈ 45-48 ਬੰਦੇ ਦਰਜਾ 4 ਦੇ ਨੇ, ਕੋਈ 180-85 ਲੋਕਾਂ ਦਾ। ਔਰ ਮੇਰੇ ਖਿਆਲ 2000 ਤੋਂ ਜ਼ਿਆਦਾ ਸਟੂਡੈਂਟਸ ਨੇ। ਹਾਂਜੀ, 2500 ਦੇ ਕਰੀਬ ਸਾਡੇ ਕੋਲ ਇਸ ਟਾਈਮ ਸਟੂਡੈਂਟ ਮੌਜੂਦ ਹੈ। ਲੀਡ ਕਰਨਾ। ਹਾਂ, ਖਾਜਾ ਸਾਹਿਬ ਇਹ ਵੇ ਕਿ ਚੂੰਕਿ ਮੇਰਾ ਇਸ ਕਾਲਜ ਦੇ ਨਾਲ ਇੱਕ ਤੇ ਤਲਕ ਕਾਫੀ ਦੇਰ ਦਾ ਹੈ ਕਿ 28 ਸਾਲ 29 ਸਾਲ ਮੈਨੂੰ ਹੋ ਗਏ ਨੇ ਪੜ੍ਹਾਉਂਦਿਆਂ ਇਸ ਕਾਲਜ ਦੇ ਵਿੱਚ। ਲਿਹਾਜ਼ਾ ਇਸ ਕਾਲਜ ਦੇ ਮਸਾਇਲ, ਲੋਕਾਂ ਦੇ ਰਵੱਈਏ, ਸਟੂਡੈਂਟਸ ਦੇ ਰਵੱਈਏ, ਤਬਦੀਲੀਆਂ ਜਿਹੜੀਆਂ ਨਾਲ ਸੁਸਾਇਟੀ ਦੇ ਵਿੱਚ ਆ ਰਹੀਆਂ ਨੇ ਉਹ ਇਫੈਕਟ ਕਰਦੀਆਂ ਨੇ ਨਾ ਐਜੂਕੇਸ਼ਨ 'ਤੇ। ਅਸੀਂ ਬੱਚਿਆਂ ਨੂੰ ਸੂਫੀਆਨਾ ਸ਼ਾਇਰਾਂ ਦਾ ਕਲਾਮ ਪੜ੍ਹਾਉਣਾ, ਮਰ ਜਾਣਾ ਜੇ, ਕਤਨ ਵੱਲ ਧਿਆਨ ਕਰ ਲਵੋ, ਇਹ ਕਰ ਲਵੋ, ਨੇਕ ਅਮਲ ਕਰ ਲਵੋ, ਅੱਗੇ ਜਾਣਾ ਜੇ, ਹਿਸਾਬ ਦੇਣਾ ਜੇ, ਲੱਖ ਕੀਤੀ ਜਾਓ, ਬੜਾ ਕੁਝ ਅਸੀਂ ਕਰਨੇ ਆ। ਪਰ ਜਦੋਂ ਵੇਖਦੇ ਨੇ ਸੁਸਾਇਟੀ ਦੇ ਵਿੱਚ ਕਿ ਯਾਰ ਇੱਜ਼ਤ ਤੇ ਪੈਸੇ ਵਾਲੇ ਦੀ, ਕੋਈ ਨਹੀਂ ਵੇਖਦਾ ਪੈਸਾ 1 ਨੰਬਰ ਹੈ 2 ਨੰਬਰ ਹੈ ਕਿੱਥੋਂ ਕਮਾਇਆ ਹੈ, ਤੇ ਉਹ ਸਾਡੀਆਂ ਗੱਲਾਂ ਤੇ ਕਿੱਥੇ ਅਮਲ ਕਰਨਗੇ। ਉਹ ਤੇ ਜਿੱਥੇ ਉਹਨੇ 18 ਘੰਟੇ ਗੁਜ਼ਾਰਨੇ ਨੇ 19 ਘੰਟੇ ਉਹਦਾ ਬਹੁਤਾ ਅਸਰ ਹੋਣਾ ਹੈ। ਐਜੂਕੇਸ਼ਨ ਜਿਹੜੀ ਹੈ ਨਾ, ਅੱਜ ਉਸਤਾਦ ਸ਼ਾਗਿਰਦ ਨਿਸਾਬ ਕਿਤਾਬ ਦਾ ਨਾਂ ਨਹੀਂ ਰਹਿ ਗਿਆ, ਅੱਜ ਇੱਕ ਪੂਰੀ ਹੋਲ ਸੁਸਾਇਟੀ ਦਾ ਨਾਂ ਹੈ। ਐਜੂਕੇਟ ਕਰਨਾ ਪੂਰੀ ਸੁਸਾਇਟੀ ਨੇ ਸਟੂਡੈਂਟ ਨੂੰ। ਲਿਹਾਜ਼ਾ ਅਗਰ ਮੁਆਸ਼ਰਾ ਜਿਹੜਾ ਹੈ ਉਹ ਜਿਸ ਤਰ੍ਹਾਂ ਦਾ ਹੋਏਗਾ, ਬੱਚੇ ਵੀ ਉਹਦੇ ਵੱਲ ਟੁਰਦੇ ਜਾਣਗੇ। ਬਹਰਹਾਲ ਸਾਡੀ ਕੋਸ਼ਿਸ਼ ਹੁੰਦੀ ਹੈ, ਠੀਕ ਹੈ ਐਡਮਿਨਿਸਟ੍ਰੇਸ਼ਨ ਥੋੜ੍ਹਾ ਜਿਹਾ ਮੁਸ਼ਕਲ ਕੰਮ ਹੈ, ਲੇਕਿਨ ਕਿਸੇ ਵੇਲੇ ਸਖਤ ਫੈਸਲੇ ਵੀ ਲੈਣੇ ਪੈਂਦੇ ਨੇ ਔਰ ਕਿਸੇ ਵੇਲੇ ਨਰਮੀ ਕਰਨੀ ਪੈਂਦੀ ਹੈ। ਅਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਫਾਮੋ ਤਫਹੀਮ ਨਾਲ ਚੱਲੇ। ਅਤੇ ਮੈਂ ਜਦੋਂ ਦਾ ਆਇਆ, ਮੈਂ ਆਪਣੇ ਟੀਚਰਸ ਨੂੰ, ਕੁਲੀਗਸ ਨੂੰ ਇਹੀ ਸਮਝਾਇਆ ਹੈ ਕਿ ਸਾਡਾ ਪਹਿਲਾ ਕੰਮ ਪੜ੍ਹਾਉਣਾ ਹੈ। ਮੈਨੂੰ ਇਹ ਚਾਹੀਦਾ ਹੈ ਕਿ ਜਿਹੜਾ ਬੱਚੇ ਮੌਜੂਦ ਨੇ ਅਤੇ ਉਸਤਾਦ ਉਹਨਾਂ ਨੂੰ ਪੜ੍ਹਾ ਰਿਹਾ ਹੋਵੇ, ਪੀਰੀਅਡ ਖਾਲੀ ਨਹੀਂ ਚਾਹੀਦਾ। ਜਿਹਨੇ ਛੁੱਟੀ ਜਾਣਾ ਹੈ ਉਹ ਦੂਸਰਿਆਂ ਦੀ ਜਗ੍ਹਾ 'ਤੇ ਪੜ੍ਹਾਵੇ। ਇਸ ਤੋਂ ਇਲਾਵਾ ਤੁਹਾਡੇ ਹਰ ਕੰਮ ਹੋਣਗੇ, ਇਹ ਕੰਮ ਤੁਸੀਂ ਕਰਨਾ ਹੈ। ਕਿਉਂਕਿ ਸਾਰੇ ਮੇਰੇ ਕੁਲੀਗ ਨੇ, ਪੁਰਾਣੇ ਕਈ ਦੋਸਤ ਨੇ, ਅਤੇ ਉਹਨਾਂ ਦਾ ਤਾਵਨ ਸਾਥ ਜਿਹੜਾ ਹੈ ਉਹ ਮੌਜੂਦ ਹੁੰਦਾ ਹੈ। ਅਤੇ ਉਹ ਮਸਲੇ ਅਸੀਂ ਐਜੂਕੇਸ਼ਨ ਦੇ ਹਵਾਲੇ ਨਾਲ ਜ਼ਰੂਰ ਹੱਲ ਕਰ ਲਈਦੇ ਨੇ। ਕਿਉਂਕਿ ਪਹਿਲੇ ਮੈਂ ਇੱਥੇ ਚੇਅਰਮੈਨ ਪ੍ਰੋਕਟੋਰੀਅਲ ਬੋਰਡ ਸਾਂ, ਫਿਰ ਵਾਈਸ ਪ੍ਰਿੰਸੀਪਲ ਵੀ ਕੰਮ ਕੀਤਾ ਹੈ। ਅਤੇ ਇਸ ਵਜ੍ਹਾ ਤੋਂ ਕੋਈ ਮੈਨੂੰ ਐਡਾ ਨਹੀਂ, ਸਿਵਾਏ ਇਸ ਗੱਲ ਦੇ ਕਿ ਮੈਂ 3:30 ਵਜੇ ਤੱਕ ਵੀ ਕਾਲਜ ਬੈਠਾ ਵਰਨਾ ਮੈਂ ਆਪਣੀਆਂ ਕਲਾਸਾਂ ਪੜ੍ਹਾਉਣਾ ਸਾਂ 1 ਵਜੇ 1:30 ਵਜੇ ਅਤੇ ਚਲੇ ਜਾਈਦਾ ਸੀ। ਇਸ ਬੁਨਿਆਦੀ ਇਸ ਫਰਕ ਤੋਂ ਇਲਾਵਾ ਮੈਨੂੰ ਨਹੀਂ ਕੋਈ ਐਡਾ ਲੱਗਿਆ ਕਿ ਜੀ ਕੋਈ ਔਖਾ ਕੰਮ ਹੈ। ਸਖਤ ਫੈਸਲੇ, ਤੇ ਤੁਸੀਂ ਤੇ ਸ਼ਾਇਰ ਵੀ ਹੋ, ਤੇ ਸ਼ਾਇਰ ਕਿਵੇਂ ਸਖਤ ਹੋ ਗਿਆ? ਨਹੀਂ, ਸਖਤ ਇਸ ਵਾਲੇ ਨਾਲ ਨਹੀਂ, ਸਖਤ ਫੈਸਲਾ ਇਹ ਹੁੰਦਾ ਹੈ ਕਿ ਜੀ
ਅਗਰ ਕੋਈ ਵੀ ਕੰਮ ਨਹੀਂ ਕਰ ਰਿਹਾ, ਕੋਈ ਕਲੈਰੀਕਲ ਸਟਾਫ ਦਾ ਬੰਦਾ ਹੈ ਜਾਂ ਦਰਜਾ 4 ਦਾ, ਤੇ ਉਹਨੂੰ ਪਿਆਰ ਨਾਲ ਸਮਝਾਉਣਾ, ਫਿਰ ਸਖਤੀ ਕਰਨੀ ਕਿ ਯਾਰ ਤੂੰ ਨਹੀਂ ਕਰੇਗਾ ਤੇ ਤੇਰੇ ਨਾਲ ਇਹ ਹੋ ਜਾਏਗਾ। ਇਸੇ ਤਰ੍ਹਾਂ ਹੀ ਉਸਤਾਦ ਹੈ, ਅਗਰ ਉਹ ਨਹੀਂ ਪੜ੍ਹਾ ਰਿਹਾ, ਕਲਾਸ ਲੈ ਰਿਹਾ ਤੇ ਉਹਦੇ ਤੇ ਸਖਤੀ ਤੇ ਬਣਦੀ ਹੈ ਨਾ, ਵੀ ਤੂੰ ਕਾਲਜ ਵੀ ਆਇਆ ਹੋਇਆ ਹੈ ਤੇ ਬੱਚੇ ਤੇਰੇ ਬਾਹਰ ਫਿਰ ਰਹੇ ਨੇ, ਕਿਉਂਕਿ ਅਸੀਂ ਪੂਰਾ ਇੱਕ ਚੈਕਿੰਗ ਸਿਸਟਮ ਰੱਖਿਆ ਹੈ। ਟੀਮਾਂ ਬਣਾਈਆਂ ਨੇ ਜਿਹੜੀਆਂ ਇੱਕ ਇੱਕ ਪੀਰੀਅਡ ਚੈੱਕ, ਸਾਰੇ ਉਹ ਵੀ ਪ੍ਰੋਫੈਸਰ ਹੀ ਨੇ, ਸਭ ਦੀ ਵਾਰੀ ਲੱਗੀ ਹੋਈ ਅੱਜ ਇਹਨੇ ਇਹ ਪੀਰੀਅਡ ਚੈੱਕ ਕਰਨੇ ਨੇ, ਉਹਦੀਆਂ ਰਿਪੋਰਟਾਂ ਆਉਂਦੀਆਂ ਨੇ, ਖੁਦ ਮੈਂ ਚੈੱਕ ਕਰਨਾ ਵਾਂ ਜਾ ਕੇ। ਤੇ ਲਿਹਾਜ਼ਾ ਅਸੀਂ ਉਸਤਾਦ ਨੂੰ ਬੁਲਾ ਕੇ ਪਿਆਰ ਮੁਹੱਬਤ ਨਾਲ ਕਹੀਦਾ, ਯਾਰ ਕਲਾਸਾਂ ਆਪਣੀਆਂ ਪੜ੍ਹਾਓ, ਬੱਚਿਆਂ ਨੂੰ ਇੰਗੇਜ ਕਰੋ। ਤੇ ਬਿਲਫਰਜ਼ ਬਾਰ-ਬਾਰ ਕਹਿਣ ਤੇ ਨਹੀਂ ਕਰਦੇ ਤੇ ਫਿਰ ਅਸੀਂ ਉਹਨਾਂ ਨਾਲ ਸਖਤੀ ਵੀ ਵਰਤੀ ਦੀ ਹੈ। ਠੀਕ ਹੈ ਜੀ, ਉਹਦੇ ਕਈ ਹੱਲ ਹੁੰਦੇ ਨੇ। ਆਪਣੀ ਕੋਈ ਇੱਕ ਗਜ਼ਲ ਦਾਨ ਕਰ ਦਿਓ। ਉਹ ਗਜ਼ਲ ਵੀ ਸੁਣਨੇ ਸਰਦਾਰ ਸਾਹਿਬ, ਇੱਕ ਬੜਾ ਅਹਿਮ ਸਵਾਲ ਅੱਛਾ ਕਿ ਸਟੂਡੈਂਟਸ ਦੇ ਹਵਾਲੇ ਨਾਲ ਜ਼ਾਹਿਰ ਹੈ ਹਮੇਸ਼ਾ ਤੋਂ ਬਹੁਤ ਉਹਨਾਂ ਵੱਲੋਂ ਡਿਮਾਂਡ ਵੀ ਰਹੀ ਹੈ, ਸਟੂਡੈਂਟਸ ਯੂਨੀਅਨ ਦੀ ਬਹਾਲੀ ਦੀ ਗੱਲ ਵੀ ਹੁੰਦੀ ਰਹੀ ਹੈ, ਬਹੁਤ ਪ੍ਰੋਟੈਸਟ ਵੀ ਹੁੰਦੇ ਰਹੇ ਨੇ। ਅਤੇ ਬਤੌਰ ਪ੍ਰਿੰਸੀਪਲ, ਬਤੌਰ ਉਸਤਾਦ, ਤੁਹਾਡਾ ਕੀ ਲੱਗਦਾ ਹੈ, ਖਿਆਲ ਹੈ ਕਿ ਕਿਆ ਸਟੂਡੈਂਟਸ ਯੂਨੀਅਨਸ ਦੀ ਬਹਾਲੀ ਹੋਣੀ ਚਾਹੀਦੀ ਹੈ? ਖਵਾਜਾ ਸਾਹਿਬ, ਇਹ ਐਸਾ ਸਵਾਲ ਹੈ, ਬੜਾ ਕ੍ਰਿਟੀਕਲ ਕਿਸਮ ਦਾ ਸਵਾਲ ਹੈ। ਮੈਂ ਜ਼ਾਤੀ ਤੌਰ ਤੇ ਕਦੇ ਜਿਹੜੀਆਂ ਸਟੂਡੈਂਟਸ ਯੂਨੀਅਨ ਹੁੰਦੀਆਂ ਸਨ, ਉਹ ਸਟੂਡੈਂਟਸ ਦੇ ਮਸਾਇਲ ਨੂੰ ਹੱਲ ਕਰਦੀਆਂ ਸਨ। ਉੱਥੋਂ ਜਮਹੂਰੀਅਤ ਦਾ ਇੱਕ ਸਬਕ ਸਟੂਡੈਂਟਸ ਨੂੰ ਮਿਲਦਾ ਸੀ, ਵੋਟ ਕਿਵੇਂ ਪਾਉਣਾ ਹੈ, ਕਿਹਨੂੰ ਮੁੰਤਖਬ ਕਰਨਾ ਹੈ, ਔਰ ਉਹ ਸਾਰੇ ਕਲਾਸ ਫੈਲੋ ਦੋਸਤ ਹੁੰਦੇ ਸਨ। CR ਬਣਨੇ ਸਾਡੇ ਦੌਰ 'ਚ ਕਾਲਜਾਂ 'ਚ, ਤੇ ਉਹਨਾਂ ਦੇ ਲਈ ਵੋਟਿੰਗ ਹੋਣੀ, ਉਹ ਇੱਕ ਐਸਾ ਅਮਲ ਸੀ ਜਿਹਦੇ ਸਾਰੇ ਸ਼ਰੀਕ ਹੁੰਦੇ ਸਨ। ਜਿਹੜਾ ਹਾਰ ਗਿਆ ਕੋਈ ਗੱਲ ਨਹੀਂ ਯਾਰ, ਸਾਰੇ ਦੋਸਤ ਨੇ। ਅੱਛਾ, ਉਹ ਜਿਵੇਂ ਜਿਵੇਂ ਸਾਡੀ ਸੁਸਾਇਟੀ ਦੇ ਰਵੱਈਏ ਬਦਲਦੇ ਗਏ, ਉਵੇਂ ਜਿਵੇਂ ਸਿਆਸਤ 'ਚ ਦੁਸ਼ਮਣੀਆਂ ਆ ਗਈਆਂ, ਉਵੇਂ ਕਾਲਜਾਂ 'ਚ ਵੀ ਅਸਲਾ ਆ ਗਿਆ, ਦੁਸ਼ਮਣੀਆਂ ਆ ਗਈਆਂ, ਕਿਧਰੇ ਮੁਖਤਲਿਫ ਯੂਨੀਅਨਾਂ ਬਣ ਗਈਆਂ। ਫਿਰ ਉਹਨਾਂ ਨੇ ਆਲੇ ਦੁਆਲੇ ਤੋਂ ਜੱਗੇ ਲੈਣੇ ਸ਼ੁਰੂ ਕਰ ਦਿੱਤੇ, ਮੁਖਤਲਿਫ ਸਰਗਰਮੀਆਂ 'ਚ ਮੁਲਵਸ, ਗੈਰ ਕਾਨੂੰਨੀ, ਫਿਰ ਪੋਲੀਟੀਕਲ ਪਾਰਟੀਆਂ ਦੇ ਵਿੰਗ ਬਣ ਗਏ ਦੂਜੇ ਤੀਜੇ। ਉਹਦੇ ਨਾਲ ਐਜੂਕੇਸ਼ਨ ਦਾ ਜਦੋਂ ਮਰਜ਼ੀ ਹੜਤਾਲ ਕਰ ਦੇਣੀ, ਜਦੋਂ ਮਰਜ਼ੀ ਵੈਗਨਾਂ ਫੜਨੀਆਂ, ਲੱਦ ਕੇ ਲੈ ਜਾਣਾ। ਬਿਲਕੁਲ। ਉਹਦੇ ਨਾਲ ਜਦੋਂ ਕੰਮ ਖਰਾਬ ਹੋਣਾ ਸ਼ੁਰੂ ਹੋਇਆ ਤੇ ਉਹ ਇੱਕ ਵਜ੍ਹਾ ਬਣੀ ਪਾਬੰਦੀ ਲਾਉਣ ਦੀ। ਵਰਨਾ ਅਗਰ ਉਹ ਪੁਰਾਣੀ ਡਗਰ ਹੋਵੇ ਜਾਂ ਉਸੇ ਤਰ੍ਹਾਂ ਹੀ ਇੱਕ ਜਮਹੂਰੀ ਅਮਲ ਨੂੰ ਤਕਵੀਅਤ ਦੇਣ ਲਈ, ਤਾਕਤ ਦੇਣ ਲਈ ਸਟੂਡੈਂਟਸ ਯੂਨੀਅਨ ਹੋਵੇ, ਤੇ ਮੈਂ ਕਹਿੰਦਾ ਵਾਂ ਹੋਣੀ ਚਾਹੀਦੀ ਹੈ। ਲੇਕਿਨ ਅੱਜ ਜਿਸ ਤਰ੍ਹਾਂ ਦੇ ਮਾਮਲਾਤ ਬਣ ਗਏ ਨੇ ਕਿ ਸੁਸਾਇਟੀ ਦੇ ਵਿੱਚ ਸਬਰ ਔਰ ਬਰਦਾਸ਼ਤ ਜਿਹੜੀ ਹੈ ਉਹ ਟੋਟਲੀ ਮੁੱਕ ਗਈ ਹੈ, ਮਾਦਾ ਹੀ ਨਹੀਂ ਰਹਿ ਗਿਆ ਲੋਕਾਂ 'ਚ। ਤੇ ਉਹਦੇ ਵਿੱਚ ਇੰਜ ਦੀਆਂ ਜਿਹੜੀਆਂ ਉਹਨਾਂ ਲੜਾਈਆਂ ਸ਼ੁਰੂ ਹੋਣਗੀਆਂ ਤੇ ਉਹਦੇ ਨਾਲ ਤਾਲੀਮੀ ਸਿਸਟਮ ਜਿਹੜਾ ਹੈ ਉਹਨੂੰ ਨੁਕਸਾਨ ਹੋਏਗਾ। ਵਕਤ ਦੇ ਨਾਲ ਜੋ ਸੁਸਾਇਟੀ ਦੇ ਵਿੱਚ ਜਿਸ ਤਰ੍ਹਾਂ ਦੇ ਰਵੱਈਏ ਬਣ ਗਏ ਨੇ, ਉਹਦੇ ਵਿੱਚ ਮੈਂ ਸਮਝਦਾ ਕਿ ਬੜਾ ਅਮਨ ਔਰ ਅਮਾਨ ਮੌਜੂਦ ਹੈ। ਰੈਗੂਲਰ ਕਲਾਸਾਂ ਹੁੰਦੀਆਂ ਨੇ ਕਾਲਜਾਂ ਦੇ ਵਿੱਚ, ਤੇ ਉਹਦੇ 'ਚ ਇਸ ਤਰ੍ਹਾਂ ਦੀਆਂ ਸਰਗਰਮੀਆਂ ਨਹੀਂ ਹੋਣੀਆਂ ਚਾਹੀਦੀਆਂ। ਤੇ ਹਾਂ, ਉਹ ਜ਼ਰੂਰ ਹੈ ਕਿ ਇੱਕ ਜਮਹੂਰੀ ਰਵੱਈਏ ਦੇ ਹਵਾਲੇ ਨਾਲ ਇੱਕ ਤਰਬੀਅਤ ਜਿਹੜੀ ਹੁੰਦੀ ਸੀ ਕਿਸੇ ਦੌਰ 'ਚ, ਯੂਨੀਅਨ ਆਫਿਸ ਹੋਣਾ, ਛੋਟੇ ਮੋਟੇ ਮਸਾਇਲ ਹੱਲ ਕਰਨੇ, ਉਹ ਚੀਜ਼ਾਂ ਮੁੱਕ ਗਈਆਂ ਨੇ ਜੀ। ਅਸੀਂ ਇਸ ਤੋਂ ਪਹਿਲੇ ਕਿ ਡਾਕਟਰ ਸਾਹਿਬ ਨੂੰ ਲੈ ਕੇ ਉਸ ਜਗ੍ਹਾ ਦਾ ਫੇਰਾ ਪਾਈਏ ਜਿੱਥੇ ਆਪਣਾ ਕਾਇਦ ਆਜ਼ਮ ਰਹਿਮਤੁल्लाह ਅਲੈਹ ਨੇ ਸਟੂਡੈਂਟਸ ਨਾਲ ਤਹਿਰੀਕ ਪਾਕਿਸਤਾਨ ਦੇ ਦੌਰਾਨ ਅੰਜਮਨ ਹਮਾਇਤ ਇਸਲਾਮ ਦੇ ਪਲੇਟਫਾਰਮ ਤੋਂ ਜਿਹੜਾ ਹੈ ਸਦਾ, ਬਲਕਿ ਅਸੀਂ ਉਹ ਵੀ ਵੇਖਾਂਗੇ ਜਿੱਥੇ ਲਾਮਾ ਇਕਬਾਲ ਨੇ ਪੌਦਾ ਲਾਇਆ। ਬਿਲਕੁਲ, ਉਹਨਾਂ ਨੇ ਵੀ ਸ਼ਿਕਵਾ ਇੱਥੇ ਹੀ ਕੀਤਾ ਬਹਿ ਕੇ, ਉਹ ਵੀ ਅਸੀਂ ਡਾਕਟਰ ਸਾਹਿਬ ਦੇ ਨਾਲ ਚੱਲਾਂਗੇ। ਲੇਕਿਨ ਉਸ ਤੋਂ ਪਹਿਲੇ ਅਸੀਂ ਚਾਹਾਂਗੇ ਕਿ ਚੂँकि ਡਾਕਟਰ ਸਾਹਿਬ ਸ਼ਾਇਰ ਵੀ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਆਪਣੇ ਕਲਾਮ ਨਾਲ ਸਾਨੂੰ ਨਵਾਜ਼ਨ, ਔਰ ਸਾਡੇ ਵਿਊਅਰਸ ਵੀ ਡਾਕਟਰ ਸਾਹਿਬ ਬੜੇ ਬਾਕਮਾਲ ਸ਼ਾਇਰ ਨੇ ਜੀ। ਜੀ ਬਿਸਮਿਲ੍ਲਾ ਜੀ ਡਾਕਟਰ ਸਾਹਿਬ। ਜੀ ਮੈਂ ਕੋਈ ਸ਼ੇਰ ਸੁਣਾ ਦੇਣਾ ਕਿਉਂਕਿ ਮਹਿਫਲ ਹੋਰ ਤਰ੍ਹਾਂ ਦੀ ਹੈ ਜੀ। ਬਿਲਕੁਲ। ਤੇ ਇੱਕ ਗਜ਼ਲ ਦੇ ਕੁਝ ਸ਼ੇਰ ਮੈਂ ਪੇਸ਼ ਕਰ ਦੇਣਾ ਜੀ ਕਿ ਦਿਲ ਦਾ ਬੂਹਾ ਢੋਇਆ ਨਹੀਂ ਹੈ ਵਰਿਆਂ ਤੋਂ। ਆਹਾ, ਵਾਹ ਵਾਹ। ਦਿਲ ਦਾ ਬੂਹਾ ਢੋਇਆ ਨਹੀਂ ਹੈ ਵਰਿਆਂ ਤੋਂ, ਪਰ ਕੋਈ ਦਾਖਲ ਹੋਇਆ ਨਹੀਂ ਹੈ ਵਰਿਆਂ ਤੋਂ। ਵਾਹ ਵਾਹ ਵਾਹ, ਕੀ ਬਾਤ, ਭਰਪੂਰ। ਦਿਲ ਦਾ ਬੂਹਾ ਢੋਇਆ ਨਹੀਂ ਹੈ ਵਰਿਆਂ ਤੋਂ, ਪਰ ਕੋਈ ਦਾਖਲ ਹੋਇਆ ਨਹੀਂ ਹੈ ਵਰਿਆਂ ਤੋਂ। ਤਾਂ ਹੀ ਮੈਨੂੰ ਹੰਝੂ ਤਾਨੇ ਦਿੰਦੇ ਨੇ। ਵਾਹ ਵਾਹ। ਤਾਂ ਹੀ ਮੈਨੂੰ ਹੰਝੂ ਤਾਨੇ ਦਿੰਦੇ ਨੇ, ਕੋਈ ਪਿਆਰਾ ਮੋਇਆ ਨਹੀਂ ਹੈ ਵਰਿਆਂ ਤੋਂ। ਹਾਏ 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 ਹਾਏ, ਕੀ ਬਾਤ। ਵਾਹ ਵਾਹ ਵਾਹ। ਉਹ ਸੱਜਣੀ
ਪੱਕਾ ਦੁਸ਼ਮਣ ਬਣ ਬੈਠਾ। ਉਹ ਸੱਜਣ ਹੀ ਉਹ ਸੱਜਣ ਹੀ ਪੱਕਾ ਦੁਸ਼ਮਣ ਬਣ ਬੈਠਾ, ਜਿਸ ਤੋਂ ਕੁਝ ਲੁਕੋਇਆ ਨਹੀਂ ਹੈ ਵਰਿਆਂ ਤੋਂ। ਵਾਹ 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 ਵਾਹ, ਕੀ ਬਾਤ। ਉਹ ਸੱਜਣ ਹੀ ਪੱਕਾ ਦੁਸ਼ਮਣ ਬਣ ਬੈਠਾ, ਜਿਸ ਤੋਂ ਕੁਝ ਲੁਕੋਇਆ ਨਹੀਂ ਹੈ ਵਰਿਆਂ ਤੋਂ। ਤੇ ਇੱਕੋ ਸਾਰੀ ਕਹਿ ਦੇ ਦੁੱਖ ਹਯਾਤੀ ਦੇ। ਆਹਾ ਵਾਹ, ਮੇਰਾ ਦਿਲ ਵੀ ਰੋਇਆ ਨਹੀਂ ਹੈ ਵਰਿਆਂ ਤੋਂ। ਆਹਾ, ਕੀ ਬਾਤ ਕੀ ਬਾਤ। ਇੱਕੋ ਸਾਰੀ ਕਹਿ ਦੇ ਦੁੱਖ ਹਯਾਤੀ ਦੇ। ਇੱਕੋ ਸਾਰੀ ਕਹਿ ਦੇ ਦੁੱਖ ਮੇਰਾ ਦਿਲ ਵੀ ਰੋਇਆ ਨਹੀਂ ਹੈ ਵਰਿਆਂ ਤੋਂ। ਵਰਿਆਂ ਤੋਂ। ਟੁਰ ਜਾ ਤੇਰੇ ਰਸਤੇ ਪੱਧਰ ਕਰ ਛੱਡੇ। ਆਹਾ, ਟੁਰ ਜਾ ਤੇਰੇ ਰਸਤੇ ਪੱਧਰ ਕਰ ਛੱਡੇ, ਹੁਣ ਤੇ ਕੋਈ ਵੀ ਟੋਇਆ ਨਹੀਂ ਹੈ ਵਰਿਆਂ ਤੋਂ। ਵਾਹ ਵਾਹ ਵਾਹ, ਕੀ ਬਾਤ ਕੀ ਬਾਤ। ਤੇ ਸ਼ਾਦ ਕਿਸੇ ਦੀ ਯਾਦ ਚੁਫੇਰੇ ਵਸੀਏ। ਆਹਾ, ਸ਼ਾਦ ਕਿਸੇ ਦੀ ਯਾਦ ਚੁਫੇਰੇ ਵਸੀਏ, ਤਾਂ ਮੈਂ ਕਮਰਾ ਧੋਇਆ ਨਹੀਂ ਹੈ ਹਾਏ ਹਾਏ ਹਾਏ, ਵਾਹ ਵਾਹ ਵਾਹ, ਕੀ ਬਾਤ। ਦਿਲ ਦਾ ਬੂਹਾ ਢੋਇਆ ਨਹੀਂ ਹੈ ਵਰਿਆਂ ਤੋਂ, ਪਰ ਕੋਈ ਦਾਖਲ ਹੋਇਆ ਨਹੀਂ ਹੈ ਵਰਿਆਂ। ਕੀ ਬਾਤ ਹੈ, ਕੀ ਬਾਤ।